ਗੁਰੂ ਵਾਹਿਗੁਰੂ 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 वाहिगुरु जी का खालसा वाहिगुरु जी की फतेह। गुरु प्यारिओ, महाराज सच्चे पातशाह ने किरपा कीती आ जो आपां नूं सच ते नाम दी वडियाई दे लई एक संगत रूप दे विच इकत्तर करके भले संजोग बख्शे ने। इन्हां संजोगां दे लाहे दे सदका ही असी आप दा वो सफ़र तय कर सकते हैं जो पिछले कई युगां तो मन भुल के एक अज्ञानता विच एक मृत लोक दे विच जींदा रहा। साडा अज्ञानता दा हनेरा कट्टण दे लई गुरु साहब ने साध संगत दा एक मंडल बनाया है। साध संगत दा एक आधार तैयार किया है। इस साध संगत दे मंडल दे विच जदों असीं रल मिल के एक रूप एक सुरत रूप हो के नाम जपदे हां, सच दी उस्तत करदे हां, ਤਾਂ ਸਾਡੇ ਮਨ ਦੇ ਉੱਪਰ ਲੱਗੇ ਅਨੇਕਾਂ ਹੀ ਕਿਲਵੇਖ ਔਰ ਮਾਇਆ ਦੇ ਦੇਸ਼ ਦੇ ਵਿੱਚ ਵਿਚਾਰਾਂ ਦੀ ਮੈਲ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਤਰ ਜਾਂਦੀ ਆ ਅਤੇ ਮਨ ਨਿਰਮਲ ਹੋ ਜਾਂਦਾ ਹੈ, ਤਨ ਵੀ ਨਿਰਮਲ ਹੋ ਜਾਂਦਾ ਹੈ। ਹੁਣ ਜੋ ਆਪਾਂ ਵਿਚਾਰ ਕਰਨੀ ਆ ਉਹ ਆਪਾਂ ਨਿਰੰਕਾਰ ਦੇ ਸੱਚ ਦੇ ਵਿੱਚੋਂ ਨਿਕਲੇ ਹੋਏ जो सूखम आकार ने, जिन्हों महाराज ने गुरबाणी दे विच कहा सूखम मूर्त नाम निरंजन काया का आकार। क्योंकि ये खेल सारा सच दे पसारे तो पैदा होया, सच ने आप पैदा किया है ते आप दे आप नूं पैदा किया है। ਇਹ ਜਦੋਂ ਦੋ ਡਿਵੀਜ਼ਨਾਂ ਦੇ ਵਿੱਚ ਦੋ ਭਾਗਾਂ ਦੇ ਵਿੱਚ ਆਪਾਂ ਖੇਲ ਵੰਡ ਲਈਏ, ਜਿਹੜੀ ਸਾਡੀ ਸਾਰਿਆਂ ਦੀ ਪਰੇਸ਼ਾਨੀ ਆ ਕਿ ਅਸੀਂ ਜਦੋਂ ਇਸ ਸਰੀਰ ਦੇ ਵਿੱਚ ਕਰਮ ਕਰਦੇ ਹਾਂ ਜਾਂ ਅਸੀਂ ਸਾਰਾ ਦਿਨ ਵਿਚਰਦੇ ਹਾਂ ਤੇ ਫਿਰ ਅਸੀਂ ਉਸ ਵਕਤ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਭੁੱਲ ਜਾਂਦੇ ਹਾਂ। ਜਾਂ ਇੱਥੇ ਸਾਡਾ ਜਿਹੜਾ ਮਨ ਹੈ ਉਹ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦਾ ਹੈ। ਅਤੇ ਜੇ ਅਸੀਂ ਵੈਸੇ ਥੋੜ੍ਹੀ ਦੇਰ ਸਿਮਰਨ ਕਰੀਏ, ਅੱਖਾਂ ਬੰਦ ਕਰਕੇ ਬਹਿ ਜਾਈਏ, ਜਿਹੜੇ ਕਾਲ ਦੇ ਦੇਸ਼ ਦੀਆਂ ਸਰੀਰ ਦੀਆਂ ਅੱਖਾਂ ਨੇ ਬੰਦ ਕਰ ਲਈਏ, ਵਿਚਾਰਾਂ ਤੋਂ ਰਹਿਤ ਹੋਈਏ ਤਾਂ ਬੜਾ ਸੁੱਖ ਹੁੰਦਾ। ਸਾਧ ਸੰਗਤ ਦੇ ਵਿੱਚ ਆ ਜਾਈਏ, ਬੜਾ ਸੁੱਖ ਮਿਲਦਾ ਹੈ। ਇਹ ਸੁੱਖ ਜਿਹੜਾ ਹੈ ਹਰ ਟਾਈਮ ਕਿਵੇਂ ਬਣਿਆ ਰਹੇ? ਜਦੋਂ ਕਰਮ ਕਰਦੇ ਹਾਂ ਉਦੋਂ ਸਾਡਾ ਮਨ ਜਿਹੜਾ ਬਿਖਰਾਵ ਦੇ ਵਿੱਚ ਚਲਾ ਜਾਂਦਾ। ਹੁਣ ਇਹ ਸੱਚੇ ਪਾਤਸ਼ਾਹ ਨੇ ਜਿਹੜੇ ਸੂਖਮ ਆਕਾਰ ਨੇ ਇਹ ਦੋ ਤਰੀਕਿਆਂ ਦੇ ਨਾਲ ਘੜੇ ਆ। ਨਿਰੰਕਾਰ ਨੇ ਆਪ ਦੀ ਜੋਤ ਦੇ ਵਿੱਚੋਂ ਸੁਮੇਲ ਬਣਾਇਆ ਕੁਛ ਚੀਜ਼ਾਂ ਦੇ, ਜਿਹੜੇ ਸੁਮੇਲ ਨੂੰ ਮਿਲ ਕੇ ਆਕਾਰ ਬਣਦੇ ਆ। ਜਦੋਂ ਮਨ ਤਿਆਰ ਹੁੰਦਾ ਹੈ, ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਉਹਦੀ ਉਪਜ ਹੈ ਸਾਰੀ। ਮਨ ਜਿਹੜਾ ਹੈ
ਉਹ ਆਪਦੀ ਜੋਤ ਦੇ ਵਿੱਚੋਂ ਤਿਆਰ ਕਰਦੇ ਆ। ਜੋਤ ਦੇ ਨਾਲ ਜਿਹੜਾ ਨਿਕਲਦਾ ਹੋਇਆ ਸ਼ਬਦ ਹੈ ਨਾਮ, ਇਹ ਜੋਤ ਤੇ ਨਾਮ ਦੇ ਉੱਪਰ ਜਿਹੜਾ ਹੈ ਇੱਕ ਸੂਖਮ ਆਕਾਰ ਦਿੱਤਾ ਜਾਂਦਾ ਹੈ। ਪਹਿਲੋਂ ਨਾਮ ਤੇ ਜੋਤ ਦੇ ਅੰਸ਼ ਨੂੰ ਅਲੱਗ ਕਰਦਾ ਹੈ, ਆਪ ਦੇ ਵਿੱਚੋਂ, ਆਪ ਦੇ ਖਜ਼ਾਨੇ 'ਚੋਂ ਬਾਹਰ ਕੱਢਦਾ ਹੈ। ਫਿਰ ਉਹਦੇ ਉੱਪਰ ਸੂਖਮ ਮੂਰਤ ਜਿਹੜੀ ਸੂਖਮ ਆਕਾਰ ਦਿੱਤਾ ਜਾਂਦਾ ਹੈ। ਉਸ ਸੂਖਮ ਆਕਾਰ ਨੂੰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਵੀ ਦਿੱਤੀਆਂ ਜਾਂਦੀਆਂ। ਜਿਵੇਂ ਇੱਧਰ ਸਾਡਾ ਸਰੀਰ ਆ, ਇਹਦੀਆਂ ਲੱਤਾਂ ਨੇ, ਬਾਹਾਂ ਨੇ, ਅੱਖਾਂ, ਕੰਨ, ਨੱਕ ਆ। ਇਸੇ ਤਰੀਕੇ ਜਿਹੜਾ ਸਾਡਾ ਸੂਖਮ ਮਨ ਆ, ਉਹਨੂੰ ਵੀ ਸੂਖਮ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਿੱਤੀਆਂ ਜਾਂਦੀਆਂ, ਜੋ ਕਿ ਸੂਖਮ ਸ਼ਬਦ ਦੁਆਰਾ ਚੱਲਦੀਆਂ ਆ। ਇਸੇ ਤਰੀਕੇ ਫਿਰ ਅਗਲੇ ਬੰਨੇ ਇੱਕ ਪਾਉਣ ਦਾ ਸੂਖਮ ਆਕਾਰ ਤਿਆਰ ਕਰਦੇ ਨੇ। ਉਹ ਆਕਾਰ ਪਾਉਣ ਦਾ ਤੇ ਪਾਉਣ ਦੇ ਵਿੱਚ ਚੱਲਣ ਵਾਲੇ ਨਾਮ ਦਾ, ਉਹਦੇ ਉੱਪਰ ਪਾਉਣ ਦੇ ਉੱਪਰ ਸੂਖਮ ਆਕਾਰ ਦਿੱਤਾ ਜਾਂਦਾ। ਜੋਤ ਤੇ ਨਾਮ ਉਹਦੇ ਵਿੱਚ ਵੀ ਆ, ਪਰ ਉਹਦੇ ਉੱਪਰ ਜਿਹੜਾ ਸੂਖਮ ਆਕਾਰ ਹੈ ਉਹ ਪਾਉਣ ਦਾ। ਉਹ ਸੂਖਮ ਆਕਾਰ ਦੀਆਂ ਗਿਆਨ ਇੰਦਰੀਆਂ ਪਵਨ ਦੁਆਰਾ ਚੱਲਦੀਆਂ ਨੇ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ। ਹੁਣ ਜਿਹੜਾ ਸਾਡਾ ਮਨ ਹੈ, ਉਹਦਾ ਇੱਕ ਸੂਖਮ ਤਨ ਹੈ, ਉਹਨੂੰ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਿੱਤੀਆਂ ਨੇ। ਉਹ ਆਪ ਦੇ ਮੁਤਾਬਕ ਜਿੰਨੀ ਉਹਨਾਂ ਨੂੰ ਸਮਰੱਥਾ ਦਿੱਤੀ ਹੈ, ਅਕਲ ਦਿੱਤੀ, ਕਲਾ ਦਿੱਤੀ ਹੈ, ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਜੇ ਮਨ ਨੂੰ ਇਸ ਗੱਲ ਦਾ ਭੇਤ ਹੈ ਤਾਂ ਉਹ ਆਪ ਦੇ ਮੂਲ ਦੇ ਨਾਲ ਜੁੜ ਕੇ ਚੱਲਦਾ ਹੈ। ਮਨ ਨੂੰ ਭੇਤ ਆ ਗਿਆ ਕਿ ਮੇਰਾ ਜਿਹੜਾ ਅਸਲ ਆਕਾਰ ਹੈ, ਸੂਖਮ ਆਕਾਰ ਹੈ, ਇਹਦੇ ਵਿੱਚ ਜੋਤ ਤੇ ਨਾਮ ਹੈ, ਮੈਂ ਉਹਨੂੰ ਸੁਣਦਾ ਰਵਾਂ। ਫਿਰ ਤਾਂ ਜਿਹੜੀ ਜਿੰਨੀ ਵੀ ਆ ਮਨ ਦੇ ਵਿੱਚ ਗੁਰਮਤਿ ਪ੍ਰਵੇਸ਼ ਕਰਦੀ ਰਹਿੰਦੀ ਆ। ਤੇ ਜੇ ਨਾ ਸੁਣਦਾ ਰਹੇਗਾ, ਮਨ ਦੀਆਂ ਸੂਖਮ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤਾਂ ਉਦੋਂ ਵੀ ਹੁੰਦੀਆਂ ਨੇ, ਪਰ ਜਿਵੇਂ ਹੀ ਮਨ ਇਸ ਦੇਹੀ ਦੇ ਵਿੱਚ ਆਉਂਦਾ ਹੈ ਤੇ ਇਸ ਦੇਹੀ ਦੇ ਵਿੱਚ ਜਿਹੜਾ ਸੂਖਮ ਸਰੀਰ ਹੈ ਪਾਉਣ ਦਾ, ਉਹਦੇ ਨਾਲ ਜਦੋਂ ਸੰਪਰਕ ਕਰਦਾ ਹੈ, ਤੇ ਜਿਵੇਂ ਆਪਾਂ ਕਹੀਏ ਕਿ ਚੌਲਾਂ ਦੇ ਵਿੱਚ ਸਰੋਂ ਦਾ ਤੇਲ ਪਾ ਦਈਏ ਤੇ ਮੁੜ ਕੇ ਆਪਾਂ ਕਹੀਏ ਵੀ ਜਿਹੜਾ ਸਰੋਂ ਦਾ ਤੇਲ ਚੌਲਾਂ 'ਚੋਂ ਕੱਢ ਲਓ, ਇਹ ਹੋ ਸਕਦਾ? ਉੱਥੇ ਇੱਕ ਜਿਨ੍ਹਾਂ ਨੂੰ ਆਪਾਂ ਆਮ ਤੌਰ 'ਤੇ ਗੁਰਮੁਖ ਜਿਹੜੇ ਆ ਮੰਗਦੇ ਆ, ਗਲੀਆਂ ਦੇ ਵਿੱਚ ਭਿੱਖਿਆ ਮੰਗਦੇ ਫਿਰਦੇ ਆ, ਸਾਧੂਆਂ ਵਰਗਾ ਬਾਣਾ ਪਾਇਆ ਹੋਇਆ, ਉਹ ਸਾਡੇ ਪੜੋਸ 'ਚ ਘਰ 'ਚ ਆ ਗਿਆ। ਕਹਿੰਦੇ ਵੀ ਤੇਰੇ ਘਰ ਦੁੱਖ ਤਕਲੀਫ ਰਹਿੰਦੀ ਆ? ਉਹ ਕਹਿੰਦਾ ਹਾਂ ਰਹਿੰਦੀ ਆ। ਕਹਿੰਦਾ 5 ਕਿਲੋ ਚੌਲ ਹੋਣਗੇ? ਕਹਿੰਦਾ ਹਾਂ ਹੋਣਗੇ। ਕਹਿੰਦਾ ਇੱਕ ਸਰੋਂ ਦਾ ਤੇਲ ਪਾਈਆ ਕਿ ਮਿਲ ਜੂਗਾ? ਕਹਿੰਦਾ ਹਾਂ ਮਿਲ ਜੂਗਾ। ਕਹਿੰਦਾ ਲੈ ਕੇ ਆ। ਹੁਣ ਉਹਨੇ 5 ਕਿਲੋ ਚੌਲਾਂ ਦੇ ਵਿੱਚ ਪਾਈਆ ਸਰੋਂ ਦਾ ਤੇਲ ਪਾਤਾ। ਬਾਅਦ ਵਿੱਚ ਕਹਿੰਦਾ ਵੀ 1100 ਰੁਪਈਆ ਹੋਰ। ਉਹ ਕਹਿੰਦਾ 1100 ਤਾਂ ਮੈਂ ਦੇ ਨਹੀਂ ਸਕਦਾ। ਕਹਿੰਦਾ ਚੱਲ ਠੀਕ ਹੈ। ਚਲਾਕੀ ਉਹ ਪਹਿਲੋਂ ਕਰ ਗਿਆ। ਕਹਿੰਦਾ ਚੌਲ ਮੈਂ ਕੀ ਕਰਨੇ, ਤੇਲ ਪਾ ਕੇ ਤੂੰ ਖਰਾਬ ਕਰਦੇ। ਕਹਿੰਦਾ ਚੱਲ ਇਹ ਮੈਨੂੰ ਦੇ ਦੇ। ਉਹਨੇ ਆਪਦਾ, ਉਹਨੂੰ ਪਤਾ ਸੀਗਾ ਵੀ ਤੇਲ ਚੌਲ ਇਹਨੇ ਕੀ ਕਰਨੇ ਆ, ਮੁੜ ਕੇ ਮੇਰੇ ਕੰਮ ਆਉਣੇ ਆ, ਵੀ ਆਪਾਂ ਤਾਂ ਇਹਨੂੰ ਚੱਕ ਕੇ ਕਿਤੇ ਸਬਜ਼ੀ ਸੁਬਜੀ ਬਣਾ ਲਾਂਗੇ ਇਹਦੀ, ਠੀਕ ਹੈ ਨਾ। ਉਹ 5 ਕਿਲੋ ਉਹਨੂੰ ਇਹ ਸੀ ਵੀ 1100 ਦੇਤਾ ਤਾਂ ਠੀਕ ਹੈ, ਨਾ ਦਿੱਤਾ 5 ਕਿਲੋ ਚੌਲ ਤਾਂ ਪਾਈਆ ਤੇਲ ਵਿੱਚ ਪਿਆ ਹੋਇਆ, ਉਹ ਆਪਣਾ ਹੀ ਆ। ਉਹਨੇ ਪਹਿਲੋਂ ਕਰਵਾ ਲਿਆ ਚਲਾਕੀ ਨਾਲ। ਇਸੇ ਤਰੀਕੇ ਜਿਹੜਾ ਮਨ ਆ ਨਾ, ਜਦੋਂ ਸੂਖਮ ਮਨ, ਸੂਖਮ ਗਿਆਨ ਇੰਦਰੀਆਂ ਜਦੋਂ ਇਸ ਸੂਖਮ ਦੇਸ਼ ਦੇ ਵਿੱਚੋਂ ਚੱਲਦਾ, ਸੁਣ ਵਿੱਚੋਂ ਚੱਲਦਾ, ਤੇ ਪਾਉਣ ਦੇ ਸੂਖਮ ਸਰੀਰ ਦੇ ਨਾਲ ਆ ਕੇ, ਇਹ ਪਾਉਣ ਦਾ ਦ੍ਰਿਸ਼ਟਮਾਨ ਸਰੀਰ ਆ ਨਾ, ਇੱਕ ਇਹਦੇ ਵਿੱਚ ਸੂਖਮ ਸਰੀਰ ਆ, ਉਹਦੇ ਨਾਲ ਸੰਪਰਕ ਕਰਦਾ। ਤੇ ਜਿਵੇਂ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਵੀ ਚੌਲ ਤੇ ਸਰੋਂ ਦਾ ਤੇਲ ਮਿਲ ਗਏ, ਫਿਰ ਉਹਨਾਂ ਨੂੰ ਕਈ ਅੱਡੋ ਅੱਡ ਕਰਦੇ, ਉਹ ਹੁੰਦੇ ਨਹੀਂ, ਜੁਗਤੀ ਲਾਉਣੀ ਪਊ।
ਜੁਗਤੀ ਲਾਉਣੀ ਪਊ। ਜੇ ਗਰਮੈਸ਼ ਦਿਆਂਗੇ ਫਿਰ ਅੱਡੋ ਅੱਡ ਹੋ ਜਾਣਗੇ। ਸਾੜ ਦਿਓ, ਤੇਲ ਸਾੜ ਦਿਓ, ਚੌਲ ਉਵੇਂ ਦੇ ਉਵੇਂ ਹੋ ਜਾਣਗੇ, ਜਾਂ ਉਹਨਾਂ ਨੂੰ ਰਿੱਝ ਕੇ ਬਣਾ ਕੇ ਖਾ ਲਓ। ਇਸੇ ਤਰੀਕੇ ਜਦੋਂ ਇਹ ਸੂਖਮ ਪੌਣ ਦੇ ਸਰੀਰ ਦੇ ਨਾਲ ਸੂਖਮ ਸਰੀਰ ਜਿਹੜਾ ਸੰਪਰਕ ਕਰਦਾ, ਇਹਦੇ ਉੱਪਰ ਜਾਲ ਪੈ ਜਾਂਦਾ ਹੈ। ਔਰ ਜਾਲ ਵੀ ਕਿੰਨਾ ਕੁ ਗੁਰਬਾਣੀ ਦੇ ਵਿੱਚ ਜਿਹੜਾ ਸਾਨੂੰ ਸਾਧੂਆਂ ਨੇ ਸਮਝਾਇਆ, ਜਿਵੇਂ ਤਿਤਲੀ ਹੁੰਦੀ ਆ, ਤਿਤਲੀ ਦੇ ਖੰਭ ਹੁੰਦੇ ਆ ਨਾ, ਉਹਨਾਂ ਖੰਭਾਂ ਜਿੰਨਾ ਪਤਲਾ ਇੱਕ ਧੁੰਦ ਟਾਈਪ ਜਾਲ ਪੈ ਜਾਂਦਾ ਇਸ ਮਨ ਦੇ ਉੱਪਰ, ਜਿਹਨੂੰ ਗੁਰਬਾਣੀ 'ਚ ਕਹਿੰਦੇ ਆ ਕਾਲ ਜਾਲ ਜੀਵਾ ਅਰ ਨੈਣੀ, ਕੰਨੀ ਕਾਲ ਸੁਣੇ ਬਿਖ ਬੈਣ। ਉਹ ਜਾਲ ਪੈਣ ਦੇ ਨਾਲ ਸਾਡਾ ਮਨ, ਅੱਜ ਬੋਰਡ ਨਹੀਂ ਹੈਗਾ, ਗੁਰਮੁਖਾਂ ਨੂੰ ਪਹਿਲਾਂ ਕਿਹਾ ਸੀ ਬੋਰਡ ਤੋਂ ਸਮਝਾਉਂਦੇ, ਸਾਡਾ ਮਨ ਜਿਵੇਂ ਉੱਪਰੋਂ ਪ੍ਰਕਾਸ਼ 'ਚੋਂ ਚੱਲਿਆ, ਸੁੰਨ ਦੇ ਵਿੱਚੋਂ ਜਦੋਂ ਪ੍ਰਕਾਸ਼ ਦੇ ਵਿੱਚੋਂ ਚੱਲਿਆ ਤੇ ਸਭ ਤੋਂ ਪਹਿਲਾਂ ਉਹਦਾ ਸੂਖਮ ਸਰੀਰ ਐਕਟਿਵ ਹੋਇਆ, ਸੂਖਮ ਗਿਆਨ ਇੰਦਰੀਆਂ ਐਕਟਿਵ ਹੋਈਆਂ। ਉਸ ਤੋਂ ਬਾਅਦ ਅੱਗੇ ਦਰ ਤੋਂ ਥੱਲੇ ਸੂਖਮ ਪਾਉਣ ਦਾ ਸਰੀਰ ਤਿਆਰ ਖੜਾ, ਜਿਹਦੀ ਸਮਝ, ਜਿਹਦੀ ਰਹਿਣੀ ਬਹਿਣੀ ਲੱਗ ਹੈ, ਉਹਦੇ ਨਾਲ ਆ ਕੇ ਐਕਟਿਵ ਹੋ ਕੇ ਜੁੜ ਗਿਆ। ਪਰ ਉਹਨੇ ਆਪ ਦੇ ਆਪ ਨੂੰ ਅੱਡ ਨਹੀਂ ਕਰਕੇ ਚੱਲਿਆ। ਆਪ ਦੇ ਆਪ ਨੂੰ ਅੱਡ ਕਿਵੇਂ ਕਰਨਾ ਸੀ ਵੀ ਜੇ ਉਹ ਧਿਆਨ ਨਾਮ ਤੇ ਸੱਚ ਦੇ ਸਨਮੁਖ ਹੋ ਕੇ ਚੱਲਦਾ, ਮਨ ਦੀ ਆਪ ਦੀ ਐਨਰਜੀ, ਜੋਤ ਦੀ ਐਨਰਜੀ ਉਹਦੇ ਵਿੱਚ ਬਣੀ ਰਹਿੰਦੀ। ਫਿਰ ਜਿਵੇਂ ਆਪਾਂ ਕੋਈ ਪਾਣੀ ਦੇ ਵਿੱਚ ਤੁਸੀਂ ਨੋਟ ਸੱਟਣਾ ਹੈ, 500 ਰੁਪਏ ਦਾ ਨੋਟ ਸੱਟਣਾ ਹੈ, ਤੇ ਤੁਸੀਂ ਸੋਚਦੇ ਹੋ ਵੀ ਉਹ ਗਲੇ ਨਾ, ਤੇ ਉਹਦੇ ਉੱਪਰ ਤੁਸੀਂ ਘਿਓ ਲਾ ਦਿਓ। ਘਿਓ ਦੀ ਡੱਬੀ 'ਚ 500 ਦਾ ਨੋਟ ਡੋਬ ਕੇ ਨਾ ਪਾਣੀ ਸਿੱਟ ਦਿਓ, ਸਾਰੀ ਰਾਤ ਪਿਆ ਰਹੂਗਾ, ਗਲੂਗਾ। ਠੀਕ ਹੈ ਨਾ ਜੀ। ਕਹਿੰਦੇ ਘੀ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਜਿਵੇਂ ਘਿਓ ਦੇ ਨਾਲ ਲਿਬੜੀ ਹੋਈ ਚੀਜ਼ ਆ, ਉਹ ਪਾਣੀ ਦੇ ਵਿੱਚ ਗਲਦੀ ਨਹੀਂ, ਇਸੇ ਤਰੀਕੇ ਨਾਮ ਤੇ ਸੱਚ ਦੇ ਵਿੱਚ ਜੇਕਰ ਸਾਡਾ ਧਿਆਨ ਹੈ, ਚਿੱਤ ਹੈ, ਉਹ ਤ੍ਰੈ ਗੁਣ ਦੇ ਵਿੱਚ ਜਿੰਨੀ ਮਰਜ਼ੀ ਡੂੰਘਾਈ ਦੇ ਵਿੱਚ ਚਲਾ ਜਾਵੇ, ਉਹ ਗਲਦਾ ਨਹੀਂ, ਉਹਨੂੰ ਅਗੜ ਨਹੀਂ ਲੱਗਦੀ। ਮਨ ਦੀ ਆਪ ਦਾ ਅੰਦਰ ਸੌਫਟਵੇਅਰ ਚੱਲਦਾ ਰਹੂਗਾ, ਆਪ ਦੀ ਰੇਂਜ ਚੱਲਦੀ ਰਹੂਗੀ। ਹੁਣ ਜਿਵੇਂ ਅਸੀਂ ਪਹਿਲੋਂ ਹਰਿਆਣੇ ਤੋਂ ਪੰਜਾਬ ਦੇ ਵਿੱਚ ਆਉਂਦੇ ਸੀ, ਸਾਡਾ ਫੋਨ ਆਪ ਦੀ ਰੇਂਜ ਛੱਡ ਜਾਂਦਾ ਸੀ, ਸਾਨੂੰ ਇੱਥੋਂ ਆ ਕੇ ਲੈਣੀ ਪੈਂਦੀ ਸੀ, ਪੈਸੇ ਵੀ ਦਿੰਦੇ, ਅਗਲੇ ਰੇਂਜ ਦੇਣ ਨਾ ਦੇਣ, ਇਹ ਆਪ ਦੀ ਰੇਂਜ ਆ। ਮਨ ਦੀ ਆਪ ਦੀ ਰੇਂਜ ਖਤਮ ਹੋ ਜਾਂਦੀ ਆ। ਕਾਲ ਦੇ ਦੇਸ਼ ਦੇ ਵਿੱਚ ਜਿੰਨੀ ਕੁ ਪਾਉਣ ਦੀ ਰੇਂਜ ਹੈਗੀ ਆ, ਉਹ ਮਨ ਨੂੰ ਦੇਣਾ ਸ਼ੁਰੂ ਕਰ ਦਿੰਦੀ ਆ। ਭਾਵ ਕਿ ਜਿੰਨਾ ਮਾਇਆ ਨੂੰ ਹੁਕਮ ਹੈ ਵੀ ਮਨ ਨੂੰ ਖਿਡਾ, ਉਹ ਖਿਡਾਉਣਾ ਸ਼ੁਰੂ ਕਰ ਦਿੰਦੀ ਆ। ਕਿਹਨੂੰ? ਸੂਖਮ ਮਨ ਜਿਹੜਾ ਪਾਉਣ ਦੀਆਂ ਸੂਖਮ ਗਿਆਨ ਇੰਦਰੀਆਂ ਦੇ ਨਾਲ ਜੁੜ ਕੇ ਦ੍ਰਿਸ਼ਟ ਮਨ ਸਰੀਰ ਦੇ ਵਿੱਚ ਆ ਚੁੱਕਿਆ, ਇਹਨਾਂ ਨੂੰ ਖਿਡਾਉਣਾ ਸ਼ੁਰੂ ਕਰ ਦਿੰਦੀ। ਸਾਰਾ ਦਿਨ ਫਿਰ ਇਹ ਪਾਉਣ ਦੇ ਸੂਖਮ ਸਰੀਰ ਦੇ ਨਾਲ ਸੰਪਰਕ ਕਰਕੇ ਇਸ ਦ੍ਰਿਸ਼ਟਮਾਨ ਸਰੀਰ ਦੇ ਵਿੱਚ ਖੇਲਦਾ, ਸਾਰਾ ਦਿਨ ਖੇਲੀ ਜਾਂਦਾ ਹੈ, ਖੇਲੀ ਜਾਂਦਾ ਹੈ, ਜਿੰਦੇ ਵਿੱਚ ਕੀ ਆਉਂਦਾ? ਸੁੱਖ ਦੁੱਖ ਮਾਣ ਅਪਮਾਨ, ਸਾਰਾ ਦਿਨ ਦੁਖੀ ਰਹਿੰਦਾ। ਹੁਣ ਜੇਕਰ ਅਸੀਂ ਪਹਿਲੋਂ ਇਸ ਸਰੀਰ ਦੇ ਵਿੱਚੋਂ ਚੱਲਾਂਗੇ ਤੇ ਸਭ ਤੋਂ ਪਹਿਲੋਂ ਅਸੀਂ ਪਾਉਣ ਦੇ ਵਿੱਚ ਪ੍ਰਵੇਸ਼ ਹੋਵਾਂਗੇ, ਤੇ ਫਿਰ ਪਾਉਣ ਤੋਂ ਅੱਡ ਜਿੱਥੇ ਸੁੰਨ ਦੇ ਵਿੱਚ ਪਾਉਣ ਸਮਾਉਂਦੀ ਏ, ਸਭ ਤੋਂ ਪਹਿਲਾਂ ਪਾਉਣ ਦਾ ਕੱਪੜਾ ਛੱਡਾਂਗੇ, ਫਿਰ ਰਹਿ ਗਿਆ ਸੂਖਮ ਮਨ, ਤੇ ਫਿਰ ਨਾਮ ਤੇ ਸੱਚ ਦੇ ਵਿੱਚ ਧਿਆਨ ਲਾ ਕੇ ਆਪ ਦਾ ਸੂਖਮ ਕੱਪੜਾ ਵੀ ਛੱਡਾਂਗੇ। ਫਿਰ ਉੱਥੇ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਹੋਵਾਂਗੇ, ਸਤਿਅਮ ਸ਼ਿਵਮ ਸੁੰਦਰਮ ਹੋ ਜਾਵਾਂਗੇ, ਸੱਚ ਦਾ ਆਨੰਦ ਹੋ ਜਾਵਾਂਗੇ, ਸੱਚ ਸਰੂਪ ਹੋ ਜਾਵਾਂਗੇ। ਫਿਰ ਸਾਨੂੰ ਕੋਈ ਦੁੱਖ ਨਹੀਂ। ਜੇ ਤੁਸੀਂ ਸੱਚ ਦੀ ਪਛਾਣ ਕਰ ਲਈ ਹੈ, ਜਿਵੇਂ ਹੁਣ ਗੁਰਮੁਖਾਂ ਦੇ ਨਾਲ ਵਿਚਾਰ ਕਰਦੇ ਸੀ, ਇੱਕ ਤਾਂ ਦੁਨਿਆਵੀ ਗਿਆਨ ਹੁੰਦਾ ਹੈ ਜਿਹੜਾ ਮੈਂ ਭਾਸ਼ਾ ਦੇ ਰਾਹੀਂ ਤੁਹਾਨੂੰ ਦੇ ਰਿਹਾ, ਤੁਸੀਂ ਲੈ ਰਹੇ ਹੋ, ਤੇ ਤੁਹਾਨੂੰ ਕੋਈ ਇੱਧਰ ਦੀ ਭਾਸ਼ਾ 'ਚ ਪੁੱਛੇਗਾ ਤੇ ਤੁਸੀਂ ਇਹ ਕਥਾ ਕਰਕੇ ਸੁਣਾ ਦੋਗੇ। ਪਰ ਜੋ ਗੁਰਮਤਿ ਦਾ ਗਿਆਨ ਹੈ, ਜਿਹੜਾ ਸੱਚ ਤੇ ਨਾਮ ਪ੍ਰਗਟ ਹੋ ਗਿਆ, ਜਿਹਦੀ ਤੁਸੀਂ ਪਛਾਣ ਕਰ ਲਈ ਆ ਸਿਮਰਨ ਕਰਕੇ, ਗਿਆਨ ਕਰਕੇ, ਸੰਗਤ ਵਿੱਚ ਜਾ ਕੇ, ਸੱਚ ਨੂੰ ਦੇਖਦੇ ਰਹਿਣਾ ਹੀ ਗਿਆਨ ਹੈ। ਦਰਗਾਹ ਦੇ ਵਿੱਚ ਕੋਈ ਅੱਖਰਾਂ ਦਾ ਗਿਆਨ ਨਹੀਂ ਹੁੰਦਾ। ਸੱਚ ਦੇ ਜਦੋਂ ਅਸੀਂ ਸਨਮੁਖ ਹੁੰਦੇ ਹਾਂ, ਗਿਆਨ ਕੀ ਹੈ? ਅਸੀਂ ਪਰਮੇਸ਼ਰ ਨੂੰ ਯਾਦ ਕੀਤਾ। ਕਿਹਨੇ ਯਾਦ ਕੀਤਾ? ਮਨ ਦੀਆਂ ਸੂਖਮ ਗਿਆਨ ਇੰਦਰੀਆਂ ਨੇ ਯਾਦ ਕੀਤਾ। ਪਰਮੇਸ਼ਰ ਦੇ ਨਾਲੋਂ ਨਾਲ ਸਾਨੂੰ ਦਰਸ਼ਨ ਹੋਣੇ ਸ਼ੁਰੂ ਹੋ ਗਏ। ਕਿੰਨੀ ਕੁ ਦੇਰ 'ਚ ਹੋਣੇ ਸ਼ੁਰੂ ਹੋ ਗਏ? ਮੰਨ ਲਓ ਤੁਸੀਂ ਕੰਮ ਕਰਦੇ ਹੋ,
ਤਾਂ ਵੀ ਸਾਡੇ ਪਰਮੇਸ਼ਰ ਦੇ ਨਾਲ ਧਿਆਨ ਹੈ। ਜਿਵੇਂ ਅਸੀਂ ਕੋਈ ਦੁਨਿਆਵੀ ਆਕਾਰ ਯਾਦ ਕਰਦੇ ਹਾਂ, ਜਿਵੇਂ ਮੰਨ ਲਓ ਤੁਸੀਂ ਦਰਬਾਰ ਸਾਹਿਬ ਦੀ ਗੁਰਦੁਆਰਾ ਸਾਹਿਬ ਨੂੰ ਯਾਦ ਕਰੋ ਅਤੇ 1 ਮਿੰਟ 'ਚ, ਜਿਵੇਂ 1 ਮਿੰਟ ਕੀ ਇੱਕ ਖਿਣ ਵੀ ਨਹੀਂ ਲੱਗਾ ਅਤੇ ਸਾਨੂੰ ਦਰਸ਼ਨ ਹੋਣ ਲੱਗ ਗਏ ਨਾ, ਇਸੇ ਤਰੀਕੇ ਪਰਮੇਸ਼ਰ ਦੀ ਜਦੋਂ ਪਛਾਣ ਤੁਸੀਂ ਧਿਆਨ ਪਰਮੇਸ਼ਰ ਦੇ ਆਨੰਦ 'ਚ ਕਰੋਗੇ, ਚਿੱਤ 'ਚ ਕਰੋਗੇ, ਸਾਹਮਣੇ ਸਨਮੁਖ ਪ੍ਰਕਾਸ਼ ਹੋ ਗਿਆ ਅਤੇ ਨਾਲ ਉਹ ਅਨਾਹਦ ਰੋਹ ਚੱਲਣ ਲੱਗੀ। ਕਿੱਥੇ? ਕਿਤੇ ਬਾਹਲਾ ਦੂਰ ਨਹੀਂ, ਵੀ ਵਿੱਚ ਮਨ ਸਮਾ ਗਿਆ। ਅਤੇ ਫਿਰ ਚਾਹੇ ਉਹ ਦੁਨਿਆਵੀ ਗਿਆਨ ਇੰਦਰੀਆਂ ਆਪ ਦਾ ਕੰਮ ਕਰੀ ਜਾ ਰਹੀਆਂ ਨੇ, ਪਾਉਣ ਦਾ ਸੂਖਮ ਸਰੀਰ ਆਪ ਦਾ ਕੰਮ ਕਰ ਰਿਹਾ, ਮਨ ਦਾ ਸੂਖਮ ਸਰੀਰ ਆਪ ਦਾ ਕੰਮ ਕਰ ਰਿਹਾ, ਅਤੇ ਜਿਹੜਾ ਮਨ ਹੈ, ਚਿੱਤ ਹੈ, ਸੁਰਤੀ ਆ, ਉਹ ਬਿਸਮਾਦ ਰੂਪ ਹੋ ਕੇ ਜੋਤ ਸਰੂਪ ਹੋ ਕੇ ਚੱਲ ਰਹੀ ਹੈ। ਫਿਰ ਸਾਨੂੰ ਕੋਈ ਦੁੱਖ ਨਹੀਂ ਲੱਗੂਗਾ। ਜਦੋਂ ਆਪ, ਜਿਹਨੂੰ ਮਹਾਰਾਜ ਕਹਿੰਦੇ ਚੰਚਲ ਚੱਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦੁਆਰ, ਬੁੱਝ ਰਹੇ ਗਿਆਨੀ ਇਹ ਵਿਚਾਰ। ਠੀਕ ਹੈ ਕਿ ਨਹੀਂ? ਜਿਹੜਾ ਚੰਚਲ ਚੱਪਲ ਤੇ ਬੁੱਧ ਦਾ ਖੇਡ ਚੱਲਦੀ ਹੈ, ਜਿਹੜੀ ਪਾਉਣ ਦੇ ਵਿੱਚ ਖੇਡ ਚੱਲਦੀ ਹੈ, ਜਿਹੜੀ ਸੂਖਮ ਨਾਮ ਦੇ ਵਿੱਚ ਖੇਲ ਚੱਲਦੀ ਹੈ, ਸੂਖਮ ਮੂਰਤ ਵਿੱਚ ਖੇਲ ਚੱਲਦੀ ਹੈ, ਅਤੇ ਜਿੱਥੋਂ ਮੂਲ ਨਿਕਲਦਾ ਪਿਆ, ਇਸ ਖੇਲ ਦਾ ਤੁਸੀਂ ਗਿਆਨ ਲੈ ਲਓਗੇ ਪ੍ਰੈਕਟੀਕਲ ਨਾਲ, ਉਸੇ ਦਿਨ ਤੋਂ ਤੁਹਾਡਾ ਮਨ ਜਿਹੜਾ ਇਹ ਦੁਖੀ ਹੋਣਾ ਬੰਦ ਹੋ ਜਾਏਗਾ। ਕਿਉਂ ਦੁਖੀ ਹੁੰਦਾ? ਤਾਂ ਹੈ ਵੀ ਇਹ ਮਨ ਜਿਹੜਾ ਹੈ ਸਹਿਜ ਸੁਭਾਏ ਪਵਨ ਦੇ ਵਿੱਚ ਕਨੈਕਸ਼ਨ ਕਰ ਲੈਂਦਾ। ਕਨੈਕਸ਼ਨ ਕਰਨ ਤੇ ਇਹਦੇ ਉੱਤੇ ਜਾਲ ਪੈ ਜਾਂਦਾ ਅਤੇ ਜਾਲ ਕੱਟਿਆ ਨਹੀਂ ਜਾਂਦਾ, ਦੁਖੀ ਰਹਿੰਦਾ ਸਾਰਾ ਦਿਨ। ਜਾਲ ਦਾ ਮਤਲਬ ਹੁੰਦਾ ਹੈ ਬਿਨਾਂ ਕਿਸੇ ਢੰਗ ਤੋਂ ਪਵਨ ਦੇ ਵਿੱਚ ਆ ਕੇ ਸਮਾ ਜਾਣਾ। ਠੀਕ ਹੈ ਜੀ? ਜਿਵੇਂ ਤੈਰਨ ਵਾਲਾ ਜੀਵ ਆ, ਉਹਨੇ ਪਾਣੀ ਦੇ ਵਿੱਚ ਛਾਲ ਮਾਰਤੀ, ਉਹਨੂੰ ਜੇਕਰ ਢੰਗ ਦੇ ਨਾਲ ਹੱਥ ਪੈਰ ਨਹੀਂ ਮਾਰਨੇ ਆਉਂਦੇ, ਉਹ ਡੁੱਬ ਜਾਂਦਾ। ਇਸੇ ਤਰੀਕੇ ਜੇਕਰ ਮਨ ਨੇ ਜੋਤ ਦੀ ਤਾਂ ਠੀਕ ਹੈ ਪਛਾਣ ਕਰ ਲਈ, ਬਹੁਤਿਆਂ ਨੇ ਕਰ ਲਈ, ਪਰ ਉਸ ਜੋਤ ਦਾ ਇਸਤੇਮਾਲ ਕਿਵੇਂ ਕਰਨਾ? ਜਦੋਂ ਇਹ ਢੰਗ ਆਉਂਦਾ, ਅਕਲ ਤੇ ਕਲਾ ਇਸਤੇਮਾਲ ਕਰਨੀ ਆਉਂਦੀ ਹੈ, ਭਾਵ ਜੋਤ ਸਾਨੂੰ ਪਛਾਣ ਆ ਗਈ ਸੰਗਤ ਵਿੱਚ ਆ ਕੇ। ਵੈਸੇ ਹੀ ਮਹਾਰਾਜ ਕਹਿੰਦੇ ਆ ਸੰਗਤ ਵਿੱਚ ਸਾਰਿਆਂ 'ਤੇ ਕਿਰਪਾ ਹੁੰਦੀ, ਕਿਉਂਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਉੱਥੇ ਝਲਕਾਂ ਪੈਂਦੀਆਂ, ਸਾਨੂੰ ਨੂਰ ਹੁੰਦਾ ਹੈ। ਪਰ ਉਸ ਨੂਰ ਦੀ ਪਛਾਣ ਕਰਕੇ, ਉਸ ਨੂਰ ਦੇ ਉੱਪਰ ਧਿਆਨ ਲਾ ਕੇ, ਜਾਂ ਉਸ ਜੋਤ ਦਾ ਇਸਤੇਮਾਲ ਕਿਵੇਂ ਅਸੀਂ ਕਰਨਾ ਹੈ, ਉੱਥੋਂ ਫਿਰ ਅਸੀਂ ਕਾਮਯਾਬ ਹੁੰਦੇ। ਫਿਰ ਸਾਡਾ ਮਨ ਰਾਤ ਨੂੰ ਸੁਪਨੇ 'ਚ ਨਹੀਂ ਡਿੱਗਦਾ, ਕਿਉਂਕਿ ਅਸੀਂ ਜੋ ਸਾਨੂੰ ਜੋਤ ਤੇ ਨਾਮ ਦੀ ਪਛਾਣ ਹੋਈ ਆ, ਉਹਦਾ ਇਸਤੇਮਾਲ ਕਰੋ ਅਤੇ ਤੁਸੀਂ ਇੱਕ ਖਿਣ ਤੋਂ ਪਹਿਲਾਂ ਸੱਚ ਵਿੱਚ ਉੱਥੇ ਜਾ ਕੇ ਸਮਾ ਗਏ, ਅਤੇ ਸੱਚ ਵਿੱਚੋਂ ਡਿੱਗਣ ਦਾ ਕੋਈ ਰਸਤਾ ਨਹੀਂ। ਜੋਤ ਦੇ ਵਿੱਚ ਸਮਾਏ ਬੈਠੇ, ਉੱਥੋਂ ਆਏ ਅਤੇ ਕਰਮ ਦੇ ਵਿੱਚ ਆ ਗਏ, ਅਤੇ ਕਰਮ ਵਿੱਚ ਵੀ ਆਪਦੀ ਅਕਲ ਅਤੇ ਕਲਾ ਦਾ ਇਸਤੇਮਾਲ ਕਰੋ। ਹੁਣ ਇੱਕ ਅਸੀਂ ਫਿਰ ਜ਼ੋਰ ਲਾਉਂਦੇ ਹਾਂ, ਅਸੀਂ ਦੁਨਿਆਵੀ ਅਕਲ ਕਲਾ ਦਾ ਇਸਤੇਮਾਲ ਕਰਕੇ ਸੱਚ ਨੂੰ ਪਰਪੱਖ ਕਰਨ ਦੇ ਯਤਨ ਕਰਦੇ ਹਾਂ। ਦੁਨਿਆਵੀ ਭਾਵ ਅਸੀਂ ਸੋਚਦੇ ਹਾਂ ਕਿਤੇ ਕੋਈ ਨਾਮ ਜਪ ਕੇ ਸਾਡੀ ਸਦੀਵੀ ਚੁੱਭੀ ਰਹੇ, ਕਿਤੇ ਕਿਸੇ ਪਾਸੇ ਕੋਈ ਧਿਆਨ ਲਾ ਕੇ ਸਾਡੀ ਚੁੱਭੀ ਰਹੇ। ਨਾਮ ਵੀ ਜਪਣਾ ਹੈ, ਧਿਆਨ ਵੀ ਲਾਉਣਾ ਹੈ, ਪਰ ਅੱਗੋਂ ਸੱਚ 'ਤੇ ਧਿਆਨ ਹੋਣਾ ਚਾਹੀਦਾ। ਫਿਰ ਨਾਮ ਜਪਿਆ, ਧਿਆਨ ਲਾਇਆ, ਪ੍ਰਵਾਨ ਹੋ ਜਾਂਦਾ। ਨਹੀਂ ਤਾਂ ਕਾਲ ਵੀ ਸਿਮਰਨ ਕਰਾਉਂਦਾ, ਕਾਲ ਵੀ ਗਿਆਨ ਕਰਾਉਂਦਾ, ਕਾਲ ਵੀ ਧਿਆਨ ਕਰਾਉਂਦਾ। ਹੁਣ ਕਿੰਨਾ ਸਮਾਜ ਦੇ ਵਿੱਚ ਸਿਮਰਨ ਹੋ ਰਿਹਾ, ਕਿੰਨਾ ਧਿਆਨ ਹੋ ਰਿਹਾ, ਕਿੰਨਾ ਗਿਆਨ ਹੋ ਰਿਹਾ, ਪਰ ਕਾਲ ਅੱਗੋਂ ਚਰਨਾਂ ਦੇ ਵਿੱਚ ਪ੍ਰੀਤ ਨਹੀਂ ਚੁਭਣ ਦਿੰਦਾ, ਅਕਲ ਕਲਾ ਦਾ ਇਸਤੇਮਾਲ ਨਹੀਂ ਕਰਨ ਦਿੰਦਾ। ਠੀਕ ਹੈ ਨਾ ਜੀ? ਜਿਹੜਾ ਅੰਤਰ ਆਤਮਾ ਦੇ ਨਾਲ ਜਦੋਂ ਫਿਰ ਸਾਨੂੰ ਸੂਖਮ ਮੂਰਤ ਦੀ ਪਛਾਣ ਹੋਈ, ਅਸੀਂ ਸੱਚ ਨੂੰ ਆਪ ਦੀ ਸੂਖਮ ਮਨ ਨੇ ਆਪ ਦੀਆਂ ਨਜ਼ਰਾਂ ਦੇ ਵਿੱਚ ਭਰਿਆ, ਸੱਚ ਨੂੰ ਨਜ਼ਰਾਂ 'ਚ ਭਰਿਆ, ਨਾਮ ਨੂੰ ਕੰਨਾਂ ਦੇ ਵਿੱਚ ਭਰਿਆ, ਅਤੇ ਸਾਰੇ ਦੇਸ਼ ਦੇ ਵਿੱਚ ਬੇਫਿਕਰ ਹੋ ਕੇ ਚੱਲਣ ਲੱਗਾ। ਸੱਚ ਨੂੰ ਨਜ਼ਰਾਂ 'ਚ ਭਰਿਆ, ਸ਼ਬਦ ਨੂੰ ਆਪਦੇ ਸਰਵਣਾਂ ਦੇ ਵਿੱਚ ਭਰਿਆ, ਅਤੇ ਮੁੱਖ ਕਿਹਦੇ ਨਾਲ ਜੁੜਿਆ ਹੋਇਆ?
ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਅੰਮ੍ਰਿਤ ਰਸ ਦੇ ਨਾਲ ਮੁੱਖ ਜੁੜ ਗਿਆ। ਤੇ ਜਿਵੇਂ ਇੱਕ ਮਾਤਾ ਆਪਦੇ ਬੱਚੇ ਨੂੰ ਖਿਆਲ ਰੱਖਦੀ ਹੈ, ਬੁੱਕਲ 'ਚ ਰੱਖਦੀ ਹੈ, ਉਹਦੀ ਖੁਰਾਕ ਦਾ ਖਿਆਲ ਰੱਖਦੀ ਹੈ, ਉਵੇਂ ਹੀ ਫਿਰ ਸੱਚ ਆਪਦੀ ਛਾਤੀ ਦੇ ਨਾਲ ਲਾ ਲੈਂਦਾ ਹੈ। ਅੰਮ੍ਰਿਤ ਰਸ ਦਾ ਚੋਂਗਾ ਸਾਨੂੰ ਦਿੰਦਾ ਹੈ। ਆਪਦੇ ਬਚਨ ਲੋਰੀ ਜਿਵੇਂ ਮਾਂ ਸੁਣਾਉਂਦੀ ਹੈ, ਜੇ ਬੱਚਾ ਪਰੇਸ਼ਾਨ ਹੋਵੇ ਉਹ ਨਾਲੋਂ ਉਹਨੂੰ ਹਿਲਾਉਣ ਲੱਗ ਪੈਂਦੀ, ਲੋਰੀ ਸੁਣਾਉਂਦੀ। ਇਸ ਤਰ੍ਹਾਂ ਜਦੋਂ ਫਿਰ ਅਸੀਂ ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਬੈਠੇ ਰਵਾਂਗੇ, ਯਤਨ ਕਰਾਂਗੇ ਅਸੀਂ ਆਪਦੀ ਸੁਰਤੀ ਨੂੰ ਉੱਧਰ ਜੋੜਨ ਦਾ, ਜਿਹਨੂੰ ਕਹਿੰਦੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਫਿਰ ਤਾਤੀ ਵਾਹ ਨਹੀਂ ਲੱਗਦੀ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਏ। ਹੁਣ ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਬੈਠੇ ਰਹਿਣਾ, ਫਿਰ ਜਿਹੜਾ ਸੂਖਮ ਜਿਹੜਾ ਗਿਆਨ ਹੈ, ਇਹ ਪਵਨ ਨੂੰ ਵੀ ਬਹੁਤ ਜ਼ਿਆਦਾ ਗਿਆਨ, ਪਵਨ ਦੇ ਦੇਸ਼ 'ਚ ਪਵਨ ਹਉਮੈ ਵਸ ਹੈ। ਇਹ ਯਤਨ ਕਰਾਉਂਦੀ ਹੈ, ਸਾਡੇ ਸਰੀਰ ਦਾ ਜ਼ੋਰ ਲਵਾਉਂਦੀ ਹੈ। ਮੁੜ ਮੁੜ ਕੇ ਜੇਕਰ ਇਹ ਧਿਆਨ ਵੀ ਲਵਾਉਂਦੀ ਹੈ ਤੇ ਸਾਡੀਆਂ ਦੁਨਿਆਵੀ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੁਆਰਾ ਲਿਆਉਂਦੀ ਹੈ, ਸਾਨੂੰ ਭੇਤ ਨਹੀਂ ਆਉਣ ਦਿੰਦੀ। ਇਸ ਕਰਕੇ ਇਹਦੇ ਤੋਂ ਪਹਿਲੋਂ ਵੱਖ ਹੋ ਜਾਓ, ਗੁਰਮੰਤਰ ਦਾ ਅਭਿਆਸ ਕਰੋ। ਵਾਹਿਗੁਰੂ ਸ਼ਬਦ ਦਾ ਅਸੀਂ ਅਭਿਆਸ ਕਰਾਂਗੇ, ਸਭ ਤੋਂ ਪਹਿਲਾਂ ਸਾਡੇ ਵਿਚਾਰ ਰੁਕਦੇ ਆ, ਸਾਡਾ ਸਰੀਰ ਸਹਿਜ ਸੁਭਾਏ ਰੇਚਕ ਕੁੰਭਕ ਪੂਰਕ ਕੁੰਭਕ ਅਵਸਥਾ ਦੇ ਵਿੱਚ ਆ ਜਾਂਦਾ ਹੈ। ਜਦੋਂ ਪੌਣ ਦੇ ਵਿੱਚ ਮਨ ਸਮਾਉਂਦਾ ਹੈ, ਪੌਣ ਦੇ ਵਿੱਚ ਪਹਿਲੋਂ ਪੌਣ ਤੋਂ ਅੱਡ ਹੋ ਗਿਆ ਸੀ, ਪੌਣ ਤੋਂ ਅੱਡ ਹੋ ਕੇ ਸੱਚ ਵਿੱਚ ਨਹੀਂ ਸੀ ਸਾਡਾ ਮਨ ਜਿਹੜਾ ਹੈ ਨਾ, ਕਿਉਂਕਿ ਇਹ ਪੌਣ ਦੇ ਨਾਲ ਖੇਲਣ ਦਾ ਆਦੀ ਨਹੀਂ, ਇਹ ਕਾਲ ਦੇ ਦੇਸ਼ ਵਿੱਚ ਆ ਕੇ ਪੌਣ ਤੋਂ ਅੱਡ ਹੋ ਜਾਂਦਾ ਹੈ। ਇੱਕ ਤਾਂ ਅਸੀਂ ਪੌਣ ਤੋਂ ਅੱਡ ਹੋ ਕੇ ਅਕਾਲ ਪੁਰਖ ਦੇ ਦੇਸ਼ ਵਿੱਚ ਜਾਣਾ, ਪਰ ਇੱਥੇ ਆ ਕੇ ਜੇਕਰ ਅਸੀਂ ਪੌਣ ਤੋਂ ਅੱਡ ਹੋ ਜਾਵਾਂਗੇ ਤੇ ਕਿੱਥੇ ਜਾਵਾਂਗੇ? ਸੁਣ 'ਚ ਕਿਵੇਂ ਜਾਵਾਂਗੇ? ਹਾਂ, ਜਦੋਂ ਕਾਲ ਦੇ ਦੇਸ਼ 'ਚ ਆ ਕੇ ਪੌਣ ਤੋਂ ਅੱਡ ਹੋ ਗਏ, ਫੁਰਨਿਆਂ 'ਚ ਡਿੱਗ ਗਏ, ਭਵਜਲ 'ਚ ਡਿੱਗ ਗਏ। ਸਾਰਾ ਦਿਨ ਅਸੀਂ ਪੌਣ ਦੇ ਦੇਸ਼ ਖੇਲਣ ਆਏ ਆ, ਪੌਣ ਦੇ ਨਾਲ ਵੀ ਨਹੀਂ ਰਹਿੰਦੇ, ਸਾਰਾ ਦਿਨ ਫੁਰਨਿਆਂ 'ਚ, ਸਾਰਾ ਦਿਨ ਭਵਜਲ ਦੇ ਵਿੱਚ ਮਨ ਡਿੱਗਿਆ ਰਹਿੰਦਾ ਪੌਣ ਤੋਂ ਅੱਡ ਹੋ ਕੇ। ਉੱਥੇ ਰੁਕਦੇ ਹੀ ਨਹੀਂ, ਉੱਥੇ ਵਿਚਾਰ ਹੀ ਇੰਨੇ ਆ। ਭਵਜਲ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ, ਭਵਜਲ ਬਿਖਮ ਅਸਗਾ, ਬੜਾ ਬਿਖਮ ਹੈ। ਫਿਰ ਉਹਨੂੰ ਪਹਿਲਾਂ ਕਹਿੰਦੇ ਨੇ ਇਹਨੂੰ ਪੌਣ ਦੇ ਵਿੱਚ ਲਿਆਓ, ਕਿਉਂਕਿ ਇੱਧਰ ਪੌਣ ਦੇ ਦੇਸ਼ 'ਚ ਖੇਲਣ ਆਇਆ, ਸਭ ਤੋਂ ਪਹਿਲਾਂ ਇਹਨੂੰ ਪੌਣ 'ਚ ਲਿਆਓ। ਫਿਰ ਤਾਂ ਜਿਹੜਾ ਅਸੀਂ ਉੱਚੀ ਸਿਮਰਨ ਅਭਿਆਸ ਕਰਦੇ ਹਾਂ ਨਾ, ਉਹ ਭਵਜਲ ਦੇ ਵਿੱਚੋਂ ਨਿਕਲਦਾ, ਪਹਿਲਾਂ ਤਾਂ ਵਿਚਾਰਾਂ ਤੋਂ ਅੱਡ ਹੋ ਕੇ ਪੌਣ 'ਚ ਸਮਾਉਂਦਾ। ਜਦੋਂ ਪੌਣ ਦੇ ਵਿੱਚ ਸਮਾਇਆ, ਸਭ ਤੋਂ ਪਹਿਲਾਂ ਵਿਚਾਰ ਰੁਕਦੇ ਆ, ਸਰੀਰ ਰਿਲੈਕਸ ਹੁੰਦਾ ਹੈ, ਕੁੰਭਕ ਕਿਰਿਆ ਹੋਣ ਲੱਗ ਜਾਂਦੀ ਹੈ। ਭਾਵ ਸਵਾਸ ਸਹਿਜ ਸੁਭਾਅ, ਜਦੋਂ ਅਸੀਂ ਸਹਿਜ ਸਿਮਰਨ ਕਰਦੇ ਹਾਂ, ਸਵਾਸ ਕਦੇ ਉੱਪਰ ਸਹਿਜ ਸੁਣ ਦੇ ਘਾਟ 'ਤੇ ਰੁਕਣ ਲੱਗ ਜਾਂਦਾ ਹੈ, ਕਦੇ ਨਾਭ ਘਾਟ। ਉਸ ਤੋਂ ਬਾਅਦ ਪੌਣ ਦੇ ਵਿੱਚ ਪ੍ਰਵੇਸ਼ ਹੋਏ ਨੂੰ ਬਾਅਦ ਪਹਿਲੋਂ ਇਹ ਵਿਚਾਰਾਂ ਦੇ ਵਿੱਚ ਪੌਣ ਤੋਂ ਅੱਡ ਹੋ ਗਿਆ ਸੀ, ਫਿਰ ਇਹਨੂੰ ਸੁੰਨ ਵਿੱਚ ਧਿਆਨ ਧਰ ਕੇ ਸੁੰਨ ਵਿੱਚ ਪੌਣ ਤੋਂ ਅੱਡ ਕਰਨਾ। ਹੁਣ ਬਹੁਤ ਸਾਰੇ ਜੀਵ ਕਹਿੰਦੇ ਵੀ ਪੌਣ ਤੋਂ ਅੱਡ ਕਿਵੇਂ ਹੋਣਾ, ਪੌਣ ਤੋਂ ਅੱਡ ਹੋਣਾ ਨਹੀਂ ਸਾਨੂੰ ਆਉਂਦਾ। ਹੁਣ ਜਦੋਂ ਤੁਸੀਂ ਫੁਰਨਿਆਂ 'ਚ ਹੁੰਦੇ ਹੋ, ਤੁਸੀਂ ਪੌਣ ਤੋਂ ਅੱਡ ਹੀ ਹੁੰਦੇ ਹੋ। ਉਹ ਜ਼ੋਰ ਲੱਗਦਾ ਹੁੰਦਾ ਉਦੋਂ। ਜਦੋਂ ਤੁਸੀਂ ਰਾਤ ਨੂੰ ਸੌਂ ਜਾਂਦੇ ਹੋ, ਉਦੋਂ ਵੀ ਪੌਣ ਤੋਂ ਅੱਡ ਹੁੰਦੇ ਹੋ, ਬਿਲਕੁਲ ਅੱਡ ਹੋ ਜਾਂਦੇ ਹੋ। ਫੁਰਨਿਆਂ ਵਿੱਚ ਹੁੰਦੇ ਹੋ, ਉਦੋਂ ਵੀ ਪੌਣ ਤੋਂ ਅੱਡ ਹੁੰਦੇ ਹੋ। ਹੁਣ ਦੱਸੋ, ਫੁਰਨਿਆਂ 'ਚ ਪੌਣ ਤੋਂ ਅੱਡ ਹੋਣ ਦਾ ਕੀ ਜੁਗਤੀ ਲਾਉਂਦੇ ਹੋ ਤੁਸੀਂ? ਫੁਰਨਾ ਹੀ ਲੈਂਦੇ ਹੋ, ਪੌਣ ਤੋਂ ਅੱਡ। ਫੁਰਨਿਆਂ 'ਚ ਸੋਚੀ ਜਾਣਾ, ਉਹ ਪੌਣ ਤੋਂ ਅੱਡ ਹੋ ਗਏ। ਇਸੇ ਤਰੀਕੇ ਸੁੰਨ ਵਿੱਚ ਧਿਆਨ ਧਰ ਲੈਣਾ ਆਪਦੇ ਮਨ ਦਾ। ਤੁਸੀਂ ਸੁੰਨ ਵਿੱਚ ਧਿਆਨ ਧਰਦੇ ਹੋ ਇਹਨਾਂ ਗਿਆਨ ਇੰਦਰੀਆਂ ਦਾ, ਇਹਨਾਂ ਅੱਖਾਂ ਦਾ, ਤਾਂ ਸੁੰਨ ਵਿੱਚ ਧਿਆਨ ਲਾ ਕੇ ਬੈਠਦੇ ਹੋ। ਥੋੜ੍ਹੇ ਟਾਈਮ ਬਾਅਦ ਨਾ ਤਾਂ ਮਨ ਪੌਣ ਤੋਂ ਅੱਡ ਹੁੰਦਾ ਹੈ ਅਤੇ ਉਹ ਸਿਰ ਭਾਰਾ ਹੋ ਜਾਂਦਾ ਹੈ। 10 ਕੁ ਮਿੰਟ ਆਨੰਦ ਜਿਹਾ ਮਿਲਦਾ, ਜਿੰਨੀ ਕੁ ਨਾੜਾਂ ਦੇ ਵਿੱਚ ਸਮਰੱਥਾ ਹੁੰਦੀ ਆ ਉਨੀ ਕੁ ਦੇਰ ਤਾਂ ਧਿਆਨ ਲਾ ਕੇ ਬੈਠਾ ਜਾਂਦਾ। ਜਦੋਂ ਨਾੜਾਂ ਲੋੜ 'ਚ ਆ ਗਈਆਂ, ਫਿਰ ਅੱਖਾਂ ਖੋਲ੍ਹ ਲੈਂਦੇ। ਉਹ ਪੌਣ ਤੋਂ ਨਹੀਂ ਅੱਡ ਹੁੰਦਾ। ਤੁਸੀਂ ਗਿਆਨ, ਦੁਨਿਆਵੀ ਗਿਆਨ ਇੰਦਰੀਆਂ ਦੁਆਰਾ
ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਹੋ। ਹੁਣ ਮੈਂ ਤੁਹਾਨੂੰ ਇਹ ਵਿਚਾਰ ਦੱਸ ਰਿਹਾ ਵੀ ਜਿਵੇਂ ਤੁਸੀਂ ਫੁਰਨਿਆਂ 'ਚ ਹੋ ਗਏ ਅਤੇ ਉਹ ਪਾਉਣ ਤੋਂ ਅੱਡ ਹੋ, ਇਸੇ ਤਰੀਕੇ ਸੁੰਨ ਨੂੰ ਇਸ ਤਰੀਕੇ ਪ੍ਰਪੱਖ ਕਰਨਾ ਹੈ, ਸੁੰਨ ਨੂੰ ਇਸ ਤਰੀਕੇ ਮਹਿਸੂਸ ਕਰਨਾ ਹੈ, ਦੇਖਣਾ ਹੈ ਕਿ ਸਰੀਰ ਭੁੱਲ ਜਾਏ। ਜਿਵੇਂ ਫੁਰਨਿਆਂ 'ਚ ਤੁਸੀਂ ਸਰੀਰ ਭੁੱਲ ਜਾਂਦੇ ਹੋ, ਕਰਮ ਦੇ ਨਾਲ ਜੁੜੇ ਹੋਏ ਸਰੀਰ ਭੁੱਲ ਜਾਂਦੇ ਹੋ, ਜ਼ੋਰ ਨਹੀਂ ਨਾ ਲੱਗਦਾ। ਜਦੋਂ ਤੁਸੀਂ ਕਾਰ ਦੀ ਡਰਾਈਵਰੀ ਕਰ ਰਹੇ ਆ, ਧਿਆਨ ਸੜਕ 'ਤੇ ਆ, ਗੇਅਰ 'ਚ ਆ, ਕਾਰ 'ਚ ਲੱਗਿਆ ਹੋਇਆ ਕੋਈ ਗੀਤ ਆ, ਉਹਦੇ 'ਚ ਆ, ਪਾਉਣ ਤੋਂ ਅੱਡ। ਇਸੇ ਤਰੀਕੇ ਸੁੰਨ ਨੂੰ, ਸੱਚ ਨੂੰ ਇਸ ਤਰੀਕੇ ਦੇਖਣਾ ਹੈ। ਜ਼ੋਰ ਤਾਂ ਬਿਲਕੁਲ ਲੱਗਣਾ ਹੀ ਨਹੀਂਗਾ। ਜ਼ੋਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਹੈਗੀ। ਜ਼ੋਰ ਲਾਓਗੇ ਤਾਂ ਉਹ ਤਾਂ ਫਿਰ ਸਰੀਰ ਆ ਗਿਆ। ਫਿਰ ਜਿੰਨਾ ਰਿਲੈਕਸ ਹੋਇਆ, ਅੱਖਾਂ ਬੰਦ ਕੀਤੀਆਂ, ਪਾਉਣ ਤੋਂ ਅੱਡ। ਕਿਉਂਕਿ ਮਨ ਕੋਈ ਵਜਨ ਵਾਲੀ ਚੀਜ਼ ਨਹੀਂ ਹੈਗੀ ਵੀ ਇਹ 40 ਕਿਲੋ ਦਾ ਕਿ 50 ਕਿਲੋ ਦਾ ਕਿ ਕੁਆਂਟਲ ਦਾ, ਵੀ ਨਿਕਲਦਿਆਂ ਜ਼ੋਰ ਲੱਗੂ ਜਾਂ ਇਹਨੂੰ ਅਸੀਂ ਚੱਕ ਕੇ ਬਾਹਰ ਕੱਢ ਦਾਂਗੇ। ਇਹੋ ਜਿਹੀ ਚੀਜ਼ ਹੀ ਨਹੀਂ ਹੈਗੀ ਉਹ। ਪਹਿਲਾਂ ਸਮਝੋ ਨਾ, ਮਨ ਕੀ ਹੈ, ਸੁਰਤ ਕੀ ਆ, ਚਿੱਤ ਕੀ ਆ, ਵੀ ਇਹ ਤਾਂ ਹੈ ਨਹੀਂ ਵੀ ਵਿੱਚ ਹੈ, ਲਾਓ ਵੀ ਜ਼ੋਰ ਕੱਢੋ ਬਾਹਰ, ਇਸ ਤਰ੍ਹਾਂ ਨਿਕਲੂਗਾ। ਇਹ ਨਹੀਂ ਨਿਕਲਦਾ। ਇਹ ਤਾਂ ਕਰੋੜਾਂ ਅਰਬਾਂ ਖਰਬਾਂ ਮੀਲ ਦੀ ਇੱਕ ਗਤੀ ਆ। ਤੁਸੀਂ ਲਓ ਤਾਂ ਸਹੀ, ਫੁਰਨਾ ਕਿੱਥੋਂ ਦਾ ਲੈਂਦੇ ਹੋ। ਸਕਿੰਟ ਤੋਂ ਪਹਿਲਾਂ ਜਾਏਗਾ, ਨਿਕਲ ਗਿਆ ਬਾਹਰ, ਐਂ ਬਾਹਰ ਨਿਕਲੇਗਾ। ਹੁਣ ਇਸ ਗਤੀ ਨੂੰ ਸੁੰਨ ਵਿੱਚ ਬਾਹਰ ਕੱਢਣਾ ਹੈ। ਸੌਖਾ ਤਰੀਕਾ ਹੋਰ ਦੱਸ ਦਈਏ, ਜਿੱਥੇ ਇਹਨੂੰ ਸੁੱਖ ਮਿਲਦਾ ਹੈ ਉੱਥੇ ਆਟੋਮੈਟਿਕ ਹੀ ਬਿਨਾਂ ਕਿਸੇ ਧਿਆਨ ਤੋਂ ਨਿਕਲ ਜਾਂਦਾ। ਗਰਮੀ ਦਾ ਮੌਸਮ ਆ, ਏਸੀ ਚਲਾ ਦਿਓ, ਅੱਖਾਂ ਬੰਦ ਕਰ ਲਓ, ਪਿੰਡਾ ਠੰਡਾ, ਰਿਲੈਕਸ, ਪਾਉਣ 'ਚ ਅੱਡ ਹੋ ਗਿਆ। ਮਨ ਤੁਹਾਡਾ ਸਰੀਰ ਨੂੰ ਮਹਿਸੂਸ ਨਾ ਕਰੇ, ਵਿਚਾਰਾਂ ਨੂੰ ਮਹਿਸੂਸ ਨਾ ਕਰੇ, ਸਿਰਫ ਆਨੰਦ ਮਹਿਸੂਸ ਕਰੇ, ਉਹਨੂੰ ਕਹਿੰਦੇ ਆ ਪਾਉਣ ਤੋਂ ਅੱਡ ਹੋਣਾ। ਜਿੱਥੇ ਕੋਈ ਖਾਬ ਨਾ ਹੋਵੇ, ਜਿੱਥੇ ਕੋਈ ਵਿਚਾਰ ਨਾ ਹੋਵੇ, ਜਿੱਥੇ ਕੋਈ ਭਾਰ ਨਾ ਹੋਵੇ, ਜਿੱਥੇ ਕੋਈ ਚਿੱਟਾ ਲਾਲ ਨੀਲਾ ਪੀਲਾ ਨਾ ਹੋਵੇ, ਜਿੱਥੇ ਕੋਈ ਇੱਧਰ ਦੀ ਭਾਸ਼ਾ ਨਾ ਹੋਵੇ, ਅੱਖਾਂ ਬੰਦ, ਚਾਹੇ ਖੁੱਲੀਆਂ ਹੋਣ। ਇੱਕ ਉਸ ਅਵਸਥਾ ਚਲਾ ਗਿਆ ਜਿੱਥੇ ਇੱਧਰ ਦੀਆਂ ਗਿਆਨ ਇੰਦਰੀਆਂ ਦੱਸ ਨਹੀਂ ਸਕਦੀਆਂ, ਕਿਉਂਕਿ ਇਹ ਤਾਂ ਪਾਉਣ ਤੱਕ ਨੇ। ਪਾਉਣ ਦਾ ਸੂਖਮ ਸਰੀਰ ਹੈ, ਪਾਉਣ ਦਾ ਗਿਆਨ ਦੇਣਾ। ਜਦੋਂ ਅੱਖਾਂ ਖੋਲਾਂਗੇ, ਕਹੇਗੇ ਬਈ ਤੂੰ ਕਿੱਥੇ 10 ਮਿੰਟ ਤੂੰ ਤਾਂ ਬੋਲਿਆ ਹੀ ਨਹੀਂ, ਅਤੇ ਪਾਉਣ ਦੀਆਂ ਗਿਆਨ ਇੰਦਰੀਆਂ ਜਵਾਬ ਦੇਣੀਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਤੁਹਾਨੂੰ ਕਿਵੇਂ ਪਤਾ ਲੱਗੇ? ਕਿਉਂਕਿ ਉਸ ਦੇਸ਼ 'ਚ ਚਲਾ ਗਿਆ ਜਿੱਥੇ ਪਾਉਣ ਹੈ ਹੀ ਨਹੀਂ ਸੀ। ਹਾਂ, ਜੇ ਪਾਉਣ ਦੇ ਦੇਸ਼ ਵਿੱਚ ਗਿਆ ਫਿਰ ਕਹੇਗਾ ਸੁਪਨਾ ਚੱਲ ਪਿਆ ਸੀ, ਆਹ ਦਿਖਿਆ, ਆਹ ਦਿਖਿਆ, ਯਾਦ ਰਹਿ ਗਿਆ, ਉਹ ਆਹ ਦੱਸੇਗਾ। ਪਾਉਣ ਦਾ ਸੂਖਮ ਸਰੀਰ ਛੱਡਿਆ ਨਹੀਂ ਗਿਆ। ਪਾਉਣ ਦਾ ਸੂਖਮ ਸਰੀਰ ਉਹਦੇ 'ਚ ਦੱਸਦਾ ਰਹੂਗਾ, ਐਂ ਦੇਖਿਆ, ਐਂ ਦੇਖਿਆ, ਫਿਰ ਆਹ ਨਾਗ ਦਿਖਿਆ, ਫਿਰ ਕਬੂਤਰ ਦਿਖਿਆ, ਫਿਰ ਉਹ ਦਿਖਿਆ, ਫਿਰ ਬਿਲਡਿੰਗ ਦਿਖੀ, ਉਹ ਸਾਰੀ ਦਿਹਾੜੀ ਇੱਧਰ ਅਤੇ ਸਾਰੀ ਰਾਤ ਵੀ ਇੱਧਰ। ਅਤੇ ਜੇਕਰ ਸੂਖਮ ਸਰੀਰ ਨਾਮ ਅਤੇ ਸੱਚ ਵਿੱਚ ਸਮਾ ਕੇ ਐਕਟਿਵ ਹੋਇਆ ਹੋਇਆ, ਫਿਰ ਉਹਨੂੰ ਯਾਦ ਰਹਿੰਦਾ। ਜਦੋਂ ਰਾਤ ਨੂੰ ਅੱਡ ਹੋਊਗਾ, ਸੂਖਮ ਮਨ ਆ ਕੇ ਫਿਰ ਬਾਤ ਸੁਣਾਊਗਾ। ਪਰ ਜਿੱਥੇ ਉਹ ਦੇਸ਼ 'ਚ ਜਿਹੜੇ 'ਚ ਜਾਂਦਾ ਹੈ, ਉੱਥੇ ਕਿਸੇ ਪ੍ਰਕਾਰ ਦਾ ਕੋਈ ਰੰਗ ਨਹੀਂ ਹੈਗਾ। ਜੇ ਸਾਨੂੰ ਸਾਰੀ ਰਾਤ ਰੰਗ ਦਿਖਦੇ ਆ, ਸਾਰੀ ਰਾਤ ਇਹੋ ਜਿਹੇ ਮਹਿਲ ਮਾੜੀਆਂ ਦਿਖਦੀਆਂ, ਅਸੀਂ ਪਾਉਣ ਤੋਂ ਅੱਡ ਹੋ ਕੇ ਪਾਉਣ ਦੇ ਹੀ ਸੂਖਮ ਦੇਸ਼ ਦੇ ਵਿੱਚ ਰਹੇ। ਅਤੇ ਜੇ ਨਹੀਂ ਦਿਖਦੇ, ਪਤਾ ਹੀ ਨਹੀਂ ਕਿੱਥੇ ਸੀਗੇ, ਫਿਰ ਵੀ ਠੀਕ ਆ, ਫਿਰ ਅਸੀਂ ਉਨਮਨ 'ਚ ਸੀਗੇ, ਸੁੰਨ 'ਚ ਸੀਗੇ। ਅਤੇ ਜੇ ਸਾਨੂੰ ਸਾਡਾ ਸੂਖਮ ਪਾਉਣ ਦਾ ਜੇ ਨਹੀਂ ਸਰੀਰ ਛੱਡਦੇ, ਫਿਰ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੁੰਦੀ ਆ, ਫਿਰ ਅਖੀਰ ਦੇ ਵਿੱਚ ਇਸੇ ਪੌਣ, ਪਾਣੀ, ਬਸੰਤਰ, ਧਰਤ, ਆਕਾਸ਼ ਦੇ 5 ਤੱਤਾਂ ਤੋਂ ਸੂਖਮ ਮਨ ਦੇ ਸਰੀਰ ਨੂੰ ਅਲੱਗ ਕੀਤਾ ਜਾਂਦਾ ਹੈ। ਫਿਰ ਉਹਨੂੰ ਕੁੱਟ ਕੇ, ਤਸ਼ੱਦਦ ਕਰਕੇ
ਉਹ ਜਿਹੜਾ ਸੂਖਮ ਕੱਪੜਾ ਜੋਤ ਦੇ ਉੱਪਰ ਪਾਇਆ ਹੈ ਇਨਸਾਨੀ ਜਾਮੇ ਦਾ, ਉਹਦੇ ਤੋਂ ਅਲੱਗ ਕੀਤਾ ਜਾਂਦਾ ਹੈ। ਫਿਰ ਨਵੀਂ ਜੋਤ, ਨਵੀਂ ਜੂਨ ਦਾ ਸੂਖਮ ਸਰੀਰ ਤੇ ਸੂਖਮ ਪਵਨ ਦਾ ਸਰੀਰ ਦੇ ਕੇ ਉਹਦੇ 'ਚ ਪਾਇਆ ਜਾਂਦਾ। ਸੂਖਮ ਕੱਪੜਾ ਅਲੱਗ ਕਰਨਾ ਹੈ ਮਨ ਦਾ, ਨਾਮ ਦਾ ਉਹਦੇ 'ਤੇ ਧਨ ਨਹੀਂ ਹੈਗਾ, ਤੇ ਸੂਖਮ ਪਾਉਣ ਦੇ ਕੱਪੜੇ ਤੋਂ ਅਲੱਗ ਕੀਤਾ, ਸੂਖਮ ਆਕਾਰ ਤੋਂ ਅਲੱਗ ਕੀਤਾ, ਅਗਲਾ ਆਕਾਰ ਦੇ ਦਿੱਤਾ। ਕਿਹਨੂੰ? ਜਿਹੜੀ ਜੋਤ ਸੀ ਨਾਮ ਤੇ ਸੱਚ ਵਾਲੀ, ਉਹ ਇੱਧਰ ਫਿੱਟ ਕੀਤੀ ਸੀਗੀ। ਹੁਣ ਅਗਲੀ ਜੂਨ 'ਚ ਜਾਣਾ ਹੈ, ਉਸ ਜੂਨ 'ਚ ਫਿੱਟ ਕਰਤੀ। ਜੋਤ ਉਹੀ ਰਹੀ, ਜੁਗਤ ਲਾ ਕੇ ਕਾਇਆ ਪਲਟ ਦਿੱਤੀ। ਇਸੇ ਤਰੀਕੇ ਜਿਹੜਾ ਮਨ ਹੈ ਉਹਨੂੰ ਜਦੋਂ ਇਹ ਭੇਤ ਆ ਗਿਆ, ਚੰਚਲ ਚੱਪਲ ਬੁੱਧ ਦੇ ਭੇਤ ਆ ਗਿਆ, ਹੁਣ ਸੱਚ ਦਾ ਸਾਨੂੰ ਧਿਆਨ ਤਾਂ ਅਸੀਂ ਕਰ ਲੈਂਦੇ ਹਾਂ, ਪਰ ਅਸੀਂ ਕਹਿੰਦੇ ਵੀ ਸਰੀਰ ਤੋਂ ਨਹੀਂ ਵੱਖ ਹੋ ਸਕਦੇ। ਕਿਉਂ? ਜੋਤ ਦੇਗੀ, ਜੋਤ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ। ਤੇ ਕੀ ਕਹਿੰਦੇ? ਸਤਿਗੁਰੂ ਨੂੰ ਸਭ ਕੋ ਵੇਖਦਾ ਦਿੱਤਾ ਡਿੱਠਿਆ ਮੁਕਤ ਨਾ ਹੋਵੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਭਗਤੀ ਕਰਕੇ ਜੋਤ ਦਾ ਇਸਤੇਮਾਲ ਕਰਨਾ ਸਿੱਖ। ਠੀਕ ਹੈ ਨੀ? ਮਿਲਿਆ ਨਾ ਮਿਲੇ, ਜੇ ਮਿਲਿਆ ਕੋ ਹੋਏ। ਅੰਤਰ ਆਤਮੇ ਜੋ ਮਿਲਿਆ ਕਹੀਏ ਸੋਏ। ਜਿਹੜਾ ਅੰਤਰਗਤ ਆਤਮਾ ਦੇ ਨਾਲ ਅਟੈਚ ਹੋ ਕੇ ਸੱਚ 'ਚ ਪ੍ਰਵੇਸ਼ ਹੋ ਗਿਆ ਹੈ, ਉਹ ਕੀ ਕਰੂਗਾ? ਉਹਨੂੰ ਪਤਾ ਹੈ ਵੀ ਆਹ ਦ੍ਰਿਸ਼ਟਮਾਨ ਸਰੀਰ ਹੈ, ਇਹਦੇ 'ਚ ਪਵਨ ਹੈ, ਤੇ ਮੈਂ ਜਿਹੜਾ ਉਹ ਇਹਦੇ ਵਿੱਚ ਆਇਆ ਹੋਇਆ, ਕਿਉਂਕਿ ਮੈਂ ਜਾਗਦਾ ਪਿਆ ਨਾ, ਮੈਂ ਇੱਥੋਂ ਅੱਡ ਹੋਣਾ ਹੋਊਗਾ। ਮੈਂ ਇਸ ਸਰੀਰ ਨੂੰ ਰਿਲੈਕਸ ਕਰੂੰਗਾ, ਅੱਖਾਂ ਬੰਦ ਕਰੂੰਗਾ, ਤੇ ਮੇਰਾ ਸੂਖਮ ਮਨ ਜਿਹੜਾ ਹੈ ਉਹ ਨਾਮ ਤੇ ਜੋਤ ਦਾ ਧਿਆਨ ਧਰੇਗਾ। ਅਸੀਂ ਆਪਦੇ ਉਸੇ ਮੂਲ 'ਚ ਜਾ ਕੇ ਸਮਾ ਜਾਵਾਂਗੇ ਜਿੱਥੋਂ ਅਸੀਂ ਨਿਕਲੇ, ਕਿਉਂਕਿ ਨਾਮ ਤੇ ਜੋਤ ਤੋਂ ਤਾਂ ਉੱਪਰ ਹੈ ਨਹੀਂ ਕੁਛ। ਤੇ ਮਨ ਆਪਦੇ ਨਾਮ ਤੇ ਜੋਤ ਨੂੰ ਦੇਖਣ ਲੱਗ ਗਿਆ, ਸੁਣਨ ਲੱਗ ਗਿਆ, ਤੇ ਇਹਨੂੰ ਛੱਡਤਾ। ਧਿਆਨ ਇਸ ਤਰੀਕੇ ਉਹਦੇ ਵਿੱਚ ਧਰਿਆ ਕਿ ਉੱਧਰ ਹੀ ਧਿਆਨ ਲੱਗ ਗਿਆ। ਸੁਣ ਦਾ ਧਿਆਨ ਧਰਨਾ ਸਿੱਖੋ, ਨਾਮ ਸੱਚ ਦਾ ਧਿਆਨ ਧਰਨਾ ਸਿੱਖੋ। ਹੁਣ ਅਸੀਂ ਸੱਚ ਦੇਖਦੇ ਹਾਂ, ਪਰ ਇੱਧਰ ਦੀਆਂ ਗਿਆਨ ਇੰਦਰੀਆਂ ਤੇ ਲੋਡ ਪੈਂਦਾ। ਇੱਧਰ ਦੇ ਗਿਆਨ ਇੰਦਰੀਆਂ ਦੁਆਰਾ ਫਿਰ ਅਸੀਂ ਕੀ ਕਰਦੇ ਹਾਂ? ਅਸੀਂ ਸਿਰਫ ਫਿਰ ਪਾਉਣ ਦੇ ਦੇਸ਼ 'ਚ ਹੀ ਭਗਤੀ ਕਰੀ ਜਾਂਦੇ ਹਾਂ। ਵੀ ਕੋਈ ਮੰਤਰ ਜਾਪ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਵੇਦ ਪੜ੍ਹ ਰਿਹਾ, ਉਹਦੇ ਨਾਲ ਜਿਹੜੀ ਥੋੜ੍ਹੀ ਜਿਹੀ ਰਿਲੈਕਸੇਸ਼ਨ ਮਿਲਦੀ ਹੈ, ਥੋੜ੍ਹਾ ਮੋਟਾ ਜਿਹੜਾ ਸਰੀਰ ਹਲਕਾ ਹੁੰਦਾ ਹੈ। ਉਸ ਤੋਂ ਬਾਅਦ ਅੱਖਾਂ ਬੰਦ ਕਰਦੇ ਹਾਂ। ਮਾਲਕ ਵੇਂਦਾ ਵੀ ਬੱਚੇ ਨੂੰ ਸਰੀਰ ਨਹੀਂ ਛੱਡਣਾ ਆਉਂਦਾ, ਕਾਲ ਸਾਨੂੰ ਸਰੀਰ ਛਡਾ ਕੇ ਤੇ ਘਰ ਭੇਜ ਦਿੰਦਾ। ਅਸੀਂ ਕਾਲ ਦੇ ਰਾਹੀਂ ਸਰੀਰ ਛੱਡਦੇ ਹਾਂ, ਤੇ ਕਾਲ ਦਾ ਤੁਹਾਨੂੰ ਪਤਾ ਧੋਖੇਬਾਜ਼ ਹੈ। ਮਹਾਰਾਜ ਕਹਿੰਦੇ ਆਪ ਸਰੀਰ ਛੱਡਣਾ ਸਿੱਖੋ। ਤੁਸੀਂ ਤਾਂ ਨੌਕਰ ਤੋਂ ਆਉਂਦੇ ਹੋ, ਘਰ ਦਾ ਰਾਹ ਨਹੀਂ ਆਉਂਦਾ। ਤੁਸੀਂ ਉਹਨੂੰ ਕਹਿੰਦੇ ਮੈਨੂੰ ਛੱਡ ਕੇ ਆ। ਐਨਸ ਅੰਦਲੇ ਦੀਪਕ ਦੇ ਭਵਜਲ ਬੂਢ ਚਿੰਤ ਕਰੇ। ਵੀ ਤੈਨੂੰ ਦਿਨ ਰਾਤ ਜੋਤ ਦਾ ਇਸਤੇਮਾਲ ਦੱਸਿਆ ਹੈ, ਜੋਤ ਦਾ ਤੂੰ ਧਿਆਨ ਨਹੀਂ ਕਰਦਾ। ਧਿਆਨ ਕਿਵੇਂ ਕਰਨਾ ਬਈ ਜੋਤ ਦਾ? ਜਿਵੇਂ ਆਪਾਂ ਵਿਚਾਰ ਦਿੱਤੀ ਸੀ ਵੀ ਹੁਣੇ ਤੁਹਾਨੂੰ ਮੈਂ ਆਖਾਂ ਵੀ ਤੁਸੀਂ ਆਪਦੀ ਮਾਤਾ ਦਾ ਧਿਆਨ ਧਰੋ ਬਈ। ਕਿਵੇਂ ਧਰੋਗੇ? ਹਾਂ, ਬਸ ਦਰਸ਼ਨ ਹੋਣ ਲੱਗੇ ਨਾ ਮਾਤਾ ਦੇ, ਕਿ ਐਂ ਅੱਖਾਂ ਕਰੋਗੇ, ਐਂ ਜਾਂ ਚੱਕੋਗੇ, ਫਿਰ ਪਲਟਾ ਕੇ ਉੱਪਰ ਲੈ ਜਾਓਗੇ, ਕਿਉਂਕਿ ਮਾਤਾ ਦੀ ਪਛਾਣ ਕੀਤੀ ਹੋਈ ਆ। ਇਸੇ ਤਰੀਕੇ ਸੱਚ ਦੀ ਪਛਾਣ ਹੋ ਗਈ। ਹੁਣ ਸੱਚ ਦਾ ਧਿਆਨ ਧਰੋ। ਜਦੋਂ ਧਿਆਨ ਧਰਾਂਗੇ, ਧਰਦੇ ਸੱਚ 'ਚ ਇੰਨੀ ਕਸ਼ਿਸ਼ ਆ ਕੇ ਉਹ ਸਾਨੂੰ ਆਪਦੀ ਗੋਦ 'ਚ ਲੈ ਜਾਊਗਾ। ਠੀਕ ਆ ਨਾ? ਅਸੀਂ ਕਿਉਂ ਇੱਥੇ ਸਾਡੇ ਉੱਪਰ ਕਿਰਪਾ ਨਹੀਂ ਹੁੰਦੀ? ਕਿਉਂਕਿ ਅਸੀਂ ਜੋਤ ਦੇ ਸਨਮੁਖ ਰਹਿ ਕੇ ਮਿਹਨਤ ਨਹੀਂ ਕਰਦੇ। ਅਸੀਂ ਜੋਤ ਦਾ ਧਿਆਨ ਧਰਦੇ ਹੀ ਨਹੀਂ ਗੇ। ਜਦੋਂ ਧਿਆਨ ਧਰੀ ਜਾਵਾਂਗੇ, ਵਾਰ-ਵਾਰ ਵੇਖਾਂਗੇ, ਵਾਰ-ਵਾਰ ਨਾਮ ਨੂੰ ਸੁਣਾਂਗੇ, ਉਹਦੇ ਨਾਲ ਪਿਆਰ ਪੈ ਜਾਊਗਾ। ਪਿਆਰ ਪੈਣ ਤੇ ਫਿਰ ਬਾਹਲੀਆਂ ਜੁਗਤੀਆਂ ਲਾਉਣ ਦੀ ਲੋੜ ਨਹੀਂ ਹੁੰਦੀ। ਪਿਆਰ ਬਸ ਜਿੰਦਾ ਧਿਆਨ ਧਰੀਏ ਉਹ ਆਪਣੇ ਆਪ ਚੀਜ਼ ਸਾਹਮਣੇ ਆ ਜਾਂਦੀ, ਉਹਦੀ ਯਾਦ ਬਣੀ ਰਹਿੰਦੀ ਹੈ। ਜਦੋਂ ਪਿਆਰ ਪੈ ਜਾਏ ਨਾ, ਉਹਦਾ ਨਸ਼ਾ ਵੀ ਨਾਲ ਹੀ ਪੈ ਜਾਂਦਾ। ਜਿਸ ਚੀਜ਼ ਨਾਲ ਸਾਡਾ ਪਿਆਰ ਹੈ ਉਹਦਾ ਨਸ਼ਾ ਵੀ ਪੈ ਜਾਂਦਾ।
ਆਪੇ ਹੀ ਉਧਰ ਧਿਆਨ ਬਣਿਆ ਰਹਿੰਦਾ, ਆਪੇ ਹੀ ਉਧਰ ਧਿਆਨ ਬਣਿਆ ਰਹੇਗਾ। ਉਹਦੀ ਨਿਸ਼ਾਨੀ ਹੈ, ਰਸ ਆਉਂਦਾ ਰਹੇਗਾ, ਸ਼ਬਦ ਸੁਣਦਾ ਰਹੇਗਾ। ਜੇ ਤੁਹਾਨੂੰ ਇਹ ਅਵਸਥਾ ਹੈ, ਰਸ ਆ ਰਿਹਾ, ਸ਼ਬਦ ਸੁਣ ਰਿਹਾ, ਦਦਾਰੇ ਹੋ ਰਹੇ, ਤੇ ਸੱਚ 'ਚ ਧਿਆਨ ਹੈ। ਤੇ ਜੇ ਰਸ ਨਹੀਂ ਆ ਰਿਹਾ, ਸ਼ਬਦ ਨਹੀਂ ਸੁਣ ਰਿਹਾ, ਦਰਸ਼ਨ ਨਹੀਂ ਹੋ ਰਹੇ, ਤੇ ਧਿਆਨ ਨਹੀਂ ਹੈਗਾ ਉਧਰ, ਫਿਰ ਕੀ ਆ ਰਿਹਾ ਤੁਹਾਨੂੰ ਸਾਰਾ ਦਿਨ? ਨੋਟ ਕਰੋ। ਰਸਤਾ ਆ ਨਹੀਂ ਰਿਹਾ, ਸੱਚ ਦੇਖ ਨਹੀਂ ਰਿਹਾ, ਅਨਾਹਤ ਸੁਣ ਨਹੀਂ ਰਿਹਾ, ਫਿਰ ਕੀ ਹੋਰ ਕੀ ਹੁੰਦਾ ਸਾਰਾ ਦਿਨ? ਦੁਬਿਧਾ ਆਉਂਦੀ ਹੈ, ਫੁਰਨੇ ਆਉਂਦੇ, ਨਿੰਦਿਆ ਆਉਂਦੀ ਹੈ। ਬਸ ਫਿਰ ਉੱਥੇ ਧਿਆਨ ਹੈ ਤੇਰਾ, ਤੇ ਉਹੀ ਤੇਰੀ ਅਗਲੀ ਜੂਨ। ਸਿੱਧਾ ਜਿਹਾ ਹਿਸਾਬ। ਇੱਕ ਤਾਂ ਹੁੰਦਾ ਵੀ ਮੈਨੂੰ ਦੁਬਿਧਾ ਆ ਰਹੀ ਆ, ਪਰ ਮੇਰਾ ਧਿਆਨ ਦੁਬਿਧਾ 'ਚ ਨਹੀਂ ਹੁੰਦਾ ਜੀ, ਮੇਰਾ ਧਿਆਨ ਤਾਂ ਉੱਪਰ ਹੁੰਦਾ ਆ, ਗੁਰਮੰਤਰ 'ਚ ਹੁੰਦਾ ਜਦ ਮੈਂ। ਤੇ ਜੇ ਤੁਸੀਂ ਆਪ ਦਾ ਮੁਲਾਂਕਣ ਕਰੋ ਰਾਤ ਨੂੰ ਵੀ ਅੱਜ ਸਾਰਾ ਦਿਨ ਮੇਰੇ ਦਿਮਾਗ 'ਚ ਕੀ ਚੱਲਿਆ। ਚਲੋ ਪੰਜਾਂ ਨੇ ਤਾਂ ਵਿਚਾਰ ਦੇਣੇ ਹੀ ਆ, ਦੁਬਿਧਾ ਦਿੱਤੀ ਉਹਨਾਂ ਨੂੰ, ਈਰਖਾ ਵੀ ਦੇਣੀ ਆ, ਜਿਵੇਂ ਦਾ ਤੁਹਾਡਾ ਸੁਭਾਅ ਹੈ ਉਸ ਹਿਸਾਬ ਨਾਲ ਉਹਨਾਂ ਦੇਣਾ। ਪਰ ਤੁਹਾਨੂੰ ਕੀ ਆਇਆ ਉਹਦੇ ਪ੍ਰਤੀ ਕਿ ਸਾਰਾ ਦਿਨ ਦੁਬਿਧਾ ਹੀ ਦੁਬਿਧਾ ਲੈ ਲਈ, ਨਿੰਦਿਆ ਹੀ ਨਿੰਦਿਆ ਲੈ ਲਈ। ਕੋਸ਼ਿਸ਼ ਤਾਂ ਕੀਤੀ, ਕਿਵੇਂ ਕੀਤੀ? ਵੀ ਐਂ ਹੀ ਕਹੀ ਗਏ ਯਾਰ ਦੁਬਿਧਾ ਆ ਰਹੀ ਹੈ, ਯਾਰ ਨਿੰਦਿਆ ਆ ਰਹੀ ਹੈ, ਇੱਕ ਸਾਰਾ ਦਿਨ ਐਂ ਹੀ ਕਹੀ ਵੀ ਜਾਣਾ, ਕਰੀ ਵੀ ਜਾਣੀ। ਅਗਲੇ ਦਿਨ ਕੀ ਆਈ, ਤੀਸਰੇ ਦਿਨ ਕੀ ਆਇਆ, ਚੌਥੇ ਦਿਨ ਕੌਣ ਆਇਆ? ਉਹੀ ਅੱਗਾ ਸਾਡਾ ਕਿ ਸਾਰਾ ਦਿਨ ਅਸੀਂ ਮਦਮਸਤ ਇੰਨੇ ਹੋ ਗਏ। ਜਦੋਂ ਮਨ ਦੇ ਵਿੱਚ ਮਸਤੀ ਆ ਗਈ, ਅੰਮ੍ਰਿਤ ਆ ਗਿਆ, ਇਹ ਦੇਹੀ ਵੀ ਕਹਿੰਦੀ ਆ ਵੀ ਆਪਾਂ ਦੁਬਿਧਾ ਨਿੰਦਾ ਕੇ ਲੈਣੇ, ਵੀ ਇੱਧਰ ਮਨ ਦਾ ਸਾਥ ਦਿਓ, ਆਨੰਦ ਇੱਧਰ ਬਹੁਤ ਹੈ। ਜਦੋਂ ਮਨ ਦੇ ਵਿੱਚ ਬਰਕਤ ਇੰਨੀ ਹੋ ਗਈ ਵੀ ਦੇਹੀ ਬੋਲਣ ਜੋਗੀ ਨਹੀਂ ਛੱਡੀ, ਕਹਿੰਦਾ ਤੁਸੀਂ ਮੈਨੂੰ ਇੱਧਰ ਲਾਉਣੇ, ਆਹ ਦੇਖੋ ਇੱਥੋਂ ਕਿੰਨਾ ਆਨੰਦ ਹੈ, ਤੇ ਦੇਹੀ ਵੀ ਸਾਥ ਦੇਣ ਲੱਗ ਜਾਂਦੀ ਆ। ਦੇਹੀ ਵੀ ਕਹਿੰਦੀ ਆ ਬਈ ਇਹਨੂੰ ਅਭਿਆਸ ਕਰਨ ਦਿਓ, ਵੀ ਇਹ ਜਿਹਾ ਆਨੰਦ ਆਪਣੇ ਦੇਸ਼ 'ਚ ਨਹੀਂ, ਇਹਦੇ ਨਾਲ ਲੱਗੋ। ਵਿਚਾਰ ਨਹੀਂ ਆਉਂਦਾ, ਕਿਉਂਕਿ ਸਾਡਾ ਜਦੋਂ ਉਹ ਸਾਨੂੰ ਦੇਖ ਲੈਂਦੇ ਆ, ਵਿਚਾਰ ਸਾਨੂੰ ਆਊਗਾ ਕਿਵੇਂ? ਸਾਡਾ ਪਿਆਰ ਇੰਨਾ ਪਿਆ ਹੋਇਆ, ਸਵੇਰੇ ਉੱਠਦੇ ਸੱਚ ਦੇ ਆਨੰਦ ਆ ਰਿਹਾ, ਤੇ ਫਿਰ ਜੇ ਕੋਈ ਦੁਬਿਧਾ ਪੰਜਾਂ 'ਚੋਂ ਦੇਣ ਆਊਗਾ, ਨਿੰਦਿਆ ਈਰਖਾ ਦਾ, ਕੋਈ ਖਿਆਲ ਹੋਰ ਕਾਮ ਦਾ, ਕ੍ਰੋਧ ਆਊਗਾ ਵੀ, ਤੇ ਦੇਈ ਕਹੇਗੀ ਮੇਰਾ ਮਨ ਨਹੀਂ ਕਰਦਾ, ਇੱਧਰ ਆਨੰਦ ਜ਼ਿਆਦਾ ਪਾਸੇ। ਸਾਰਾ ਦਿਨ ਰਸ ਆ ਰਿਹਾ, ਬ੍ਰਹਮ ਦੀਆਂ ਵਿਚਾਰਾਂ ਆ ਰਹੀਆਂ ਨੇ ਤੁਹਾਨੂੰ, ਸਾਰਾ ਦਿਨ ਆਉਂਦੀਆਂ ਨੇ ਬ੍ਰਹਮ ਦੀਆਂ ਵਿਚਾਰਾਂ, ਸਾਰਾ ਦਿਨ ਸਿਮਰਨ ਹੁੰਦਾ, ਅਨਾਹਤ ਚੱਲਦਾ। ਸੱਚ ਕੀ ਅਵਸਥਾ ਹੈ ਤੁਹਾਡੀ? ਦੇਖੋ ਸਾਰਾ ਦਿਨ ਕੀ ਵਿਚਾਰ ਆਉਂਦੇ ਨੇ, ਠੀਕ ਹੈ ਕਿ ਨਹੀਂ? ਜਾਂ ਤੁਸੀਂ ਅਜੇ ਉਦਮ ਕਰ ਰਹੇ ਹੋ, ਸਾਰਾ ਦਿਨ ਉਦਮ ਦਾ ਹੀ ਵਿਚਾਰ ਆਈ ਜਾਂਦਾ ਵੀ ਜਪ ਲੈ, ਕਰ ਲੈ, ਤੁਸੀਂ ਨਾਲ ਨਾਲ ਕਰੀ ਜਾਂਦੇ ਹੋ। ਜਾਂ ਸਾਰਾ ਦਿਨ ਹਜੇ ਕੋਈ ਨਹੀਂ, ਖਤਮ ਹੈ ਗਾੜੀ। ਆਪ ਦਾ ਮੁਲਾਂਕਣ ਕਰਨਾ, ਜੇ ਉਦਮ ਹੋ ਰਿਹਾ ਤਾਂ ਵੀ ਸਹੀ ਆ, ਜਾਂ ਸਾਰਾ ਦਿਨ ਤੁਸੀਂ ਵਾਰ-ਵਾਰ ਸ਼ਬਦ ਅਨਾਹਤ ਨੂੰ ਸੁਣ ਰਹੇ ਹੋ ਤਾਂ ਵੀ ਸਹੀ ਆ, ਰਸ ਆ ਰਿਹਾ ਤਾਂ ਵੀ। ਜੇ ਰਸ ਆ ਰਿਹਾ ਫਿਰ ਤਾਂ ਕਿਰਪਾ ਹੈ, ਤੁਹਾਡਾ ਧਿਆਨ ਸੱਚ 'ਚ ਤੇ ਸੱਚ ਦਾ ਤੁਹਾਡੇ 'ਚ। ਅਨਾਹਤ ਸ਼ਬਦ ਸੁਣ ਰਿਹਾ ਤੇ ਕਿਰਪਾ ਹੈ, ਗੁਰਮੰਤਰ ਹੋ ਰਿਹਾ ਤੇ ਕਿਰਪਾ ਹੈ। ਬ੍ਰਹਮ ਦੀ ਵਿਚਾਰ ਹੀ ਸਾਰਾ ਦਿਨ ਚੱਲੀ ਜਾਂਦੀ, ਖੋਜ ਚੱਲਦੀ ਰਹਿੰਦੀ ਦਿਮਾਗ 'ਚ, ਕਿਰਪਾ ਹੈ। ਪਰ ਜੇ ਨਹੀਂ, ਸਾਡੇ ਤਾਂ ਜੀ ਵਿਚਾਰ ਹੀ ਚੱਲੀ ਜਾਂਦੇ ਨੇ, ਫਿਰ ਉਹ ਕਿਰਪਾ ਹੈ, ਕਾਲ ਦੀ ਕਿਰਪਾ ਹੈ। ਹਜੇ ਤੁਸੀਂ ਪਵਨ ਦੇ ਦੇਸ਼ 'ਚੋਂ ਅੱਡ ਨਹੀਂ ਹੋਏ। ਸੋ ਇਸ ਤਰੀਕੇ ਕਰਕੇ ਜਦੋਂ ਤੁਹਾਡਾ ਪਿਆਰ, ਤਾਂ ਹੀ ਤਾਂ ਕਹਿੰਦੇ ਆ ਵੀ ਜੇ ਇਹ ਚੀਜ਼ਾਂ ਨੇ ਤੇ ਫਿਰ ਸੱਚ ਦੇ ਦਰਸ਼ਨ ਕਰੋ ਭਾਈ ਵੱਧੋ ਵੱਧ। ਨਹੀਂ ਢੰਗ ਆਉਂਦਾ ਦੇਖਣ ਦਾ, ਫਿਰ ਦੇਖੋ ਤਰੀਕਾ ਯੁਕਤ ਨਾਲ ਧਿਆਨ ਬਣਾ ਕੇ ਉੱਥੇ ਰਵਾਂਗੇ। ਜਦੋਂ ਸੱਚ ਨੂੰ ਦੇਖੀ ਜਾਵਾਂਗੇ, ਉਹਦੀ ਪ੍ਰੈਕਟਿਸ ਕਰਾਂਗੇ, ਥੋੜ੍ਹੇ ਦਿਨਾਂ 'ਚ ਉਹ ਚੀਜ਼ ਮਨ ਵਸੇਗੀ। ਜਦੋਂ ਸਤਿਗੁਰ ਕਿਰਪਾ ਕਰਨਗੇ ਤੇ ਉਹ ਸੱਚ ਦੇ ਦਰਸ਼ਨ ਕਿਵੇਂ ਹੋਣੇ ਆ? ਜੇ ਨਾਲ ਗੁਰਮੰਤਰ ਦਾ ਆਸਰਾ ਲੈ ਕੇ ਚੱਲੋਗੇ ਤਾਂ। ਪਹਿਲੀ ਸਟੇਜ 'ਤੇ ਜਿਨ੍ਹਾਂ ਦੀ ਤਾਂ ਪਰਪੱਕਤਾ ਹੋ ਗਈ ਉਹਨਾਂ ਤੋਂ ਨਹੀਂ ਫਿਰ ਵਿਸਰਦਾ, ਜਿਨ੍ਹਾਂ ਦੀ ਤਾਂ ਪਰਪੱਕਤਾ ਹੋ ਗਈ ਉਹਨਾਂ ਤੋਂ ਵਿਸਰਦਾ ਨਹੀਂ। ਜਿਨ੍ਹਾਂ ਦੀ ਨਹੀਂ ਹੋਈ ਉਹਨਾਂ ਨੂੰ ਸ਼ਬਦ ਦਾ ਆਸਰਾ ਨਾਲ ਲੈ ਕੇ ਚੱਲਣਾ ਪਊਗਾ। ਜਾਂ 2-4 ਮਿੰਟ ਹੀ ਦੇਖਦੇ ਹੋ, 5-7 ਮਿੰਟ ਦੇਖਦੇ ਹੋ, ਜਾਂ 5-7 ਮਿੰਟ ਸੁਣ ਲੈਂਦੇ ਹੋ, ਅੱਧਾ ਘੰਟਾ ਸੁਣ ਲੈਂਦੇ ਹੋ, ਉਸ ਤੋਂ ਬਾਅਦ ਕੀ ਕਰਦੇ ਹੋ? ਨੋਟ ਕਰੋ ਆਪਦੇ ਆਪ। ਜੋ ਚੀਜ਼ ਤੁਹਾਡੇ ਵਿੱਚ ਹੈ ਉਹੀ ਤੁਹਾਡਾ ਅੱਗਾ ਹੈ। ਜਿਸ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਉਹੀ ਸਾਰਾ ਦਿਨ ਤੁਹਾਡੇ ਦਿਮਾਗ 'ਚ ਚੱਲਣੀ ਹੈ। ਸੋ ਇਸੇ ਤਰੀਕੇ ਫਿਰ ਸੱਚ ਨਾਲ ਜਦੋਂ ਪਿਆਰ ਪੈ ਗਿਆ, ਸੱਚ ਸਭ ਤੋਂ ਸਰਵ ਸ੍ਰੇਸ਼ਟ ਹੈ,
ਅਸੀਂ ਅੱਖਾਂ ਬੰਦ ਕਰਾਂਗੇ, ਜਿਹਨੂੰ ਅਸੀਂ ਸਾਰਾ ਦਿਨ ਦੇਖਦੇ ਰਹੇ। ਕਹਿੰਦੇ ਜੀ ਅੰਦਰ ਨਹੀਂ ਪ੍ਰਕਾਸ਼ ਹੁੰਦਾ, ਪਿਆਰ ਪਏਗਾ ਆਪੇ ਹੋਣ ਲੱਗ ਜਾਏਗਾ। ਪਿਆਰ ਪਊਗਾ ਨਾ ਅੰਦਰ ਵੀ ਹੋਊਗਾ। ਕਿਵੇਂ ਹੋਊਗਾ? ਜਿਹਨੂੰ ਸਾਰਾ ਦਿਨ ਦੇਖਿਆ। ਜੁਗਤੀ ਤਾਂ ਕੋਈ ਹੈ ਨਹੀਂ, ਪਿਆਰ ਦੀ ਜੁਗਤੀ ਹੈ ਤੁਹਾਡੇ ਕੋਲ। ਅੱਖਾਂ ਬੰਦ ਕੀਤੀਆਂ, ਪਿਆਰ 'ਚ ਉਹਨੂੰ ਯਾਦ ਕੀਤਾ, ਉਹ ਆ ਗਿਆ। ਜੇ ਫੁਰਨਾ, ਜੇ ਆਕਾਰ, ਜੇ ਵਿਚਾਰ ਤੁਹਾਡੇ ਅੱਖਾਂ ਬੰਦ ਕਰਕੇ ਆ ਸਕਦਾ ਤੇ ਸੱਚ ਨਹੀਂ ਆ ਸਕਦਾ। ਅੱਖਾਂ ਬੰਦ ਕਰੋ, ਉਸ ਪਰਮੇਸ਼ਰ ਨੂੰ ਯਾਦ ਕਰੋ। ਕੋਈ ਅੱਖਾਂ ਘੁਮਾਉਣ ਦੀ, ਚੱਕਣ ਦੀ ਲੋੜ ਨਹੀਂ। ਪਿਆਰ ਦੀ ਜੁਗਤ ਆ ਸਾਡੇ ਕੋਲ। ਉਹ ਤਾਂ ਪਹਿਲੀ ਸਟੇਜ 'ਤੇ ਅਸੀਂ ਪਛਾਣ ਕਰਨ ਲਈ ਦੱਸਦੇ ਨਾ। ਜਦੋਂ ਪਿਆਰ ਪੈ ਗਿਆ, ਭਗਤਾਂ ਦਾ ਨੇਤਰ ਬੰਦ ਕਰਦੇ ਆ, ਪਿਆਰ ਹੀ ਇੰਨਾ ਪਿਆ। ਸੱਚ ਦਾ ਧਿਆਨ ਧਰੋ, ਸੱਚ ਸਨਮੁਖ। ਅਤੇ ਉਹ ਇੰਨਾ ਖੁਸ਼ ਹੁੰਦਾ, ਉਹ ਕਹਿੰਦਾ ਵੀ ਬੱਚੇ ਨੂੰ ਉਹ ਆਪ ਵਿਚਾਰਦਾ ਵੀ ਤੂੰ ਇੱਥੇ ਰਹਿ ਕੇ ਕੀ ਕਰਨਾ, ਆ ਜਾ ਚੱਲੀਏ ਘਰੋਂ। ਬਸ ਰਾਤ ਨੂੰ ਨੇਤਰ ਬੰਦ ਕੀਤੇ, ਸ਼ਬਦ ਅਤੇ ਸੱਚ ਦਾ ਧਿਆਨ ਧਰਿਆ, ਉਹ ਖੁਸ਼ ਹੋ ਗਿਆ ਵੀ ਬੱਚਾ ਆਉਣਾ ਚਾਹੁੰਦਾ। ਸਿੱਧਾ ਉਹ ਆਪ ਹੀ ਲੈ ਜਾਂਦਾ। ਅਤੇ ਫਿਰ ਗੁਰਮੁਖ ਕਹਿੰਦੇ ਆ ਵੀ ਜਿਵੇਂ ਰੋਜ਼ ਦਾ ਰੋਜ਼ ਤੁਸੀਂ ਰਾਤ ਨੂੰ ਸਾਨੂੰ ਲੈ ਜਾਂਦੇ ਆ ਨਾ, ਅਤੇ ਅਸੀਂ ਕਾਲ ਦੇ ਰਾਹੀਂ ਨਹੀਂ ਆਉਂਦੇ ਹੁਣ ਤੁਹਾਡੇ ਕੋਲ। ਆਪਾਂ ਕਾਲ ਦੇ ਰਾਹੀਂ ਥੋੜ੍ਹਾ ਨਾ ਜਾਂਦੇ, ਅਸਤਾਵ ਦੇ ਮੁਤਾਬਕ ਜਾਂਦੇ ਹਾਂ। ਅਤੇ ਇਸੇ ਤਰੀਕੇ ਹੁਣ ਸਾਨੂੰ ਅਖੀਰੀ ਸਮੇਂ ਵੀ ਨਾ ਚਿੱਠੀ ਨਾ ਭੇਜਿਆ ਜੀ, ਅਸੀਂ ਇਹਦੇ ਰਾਹੀਂ ਨਹੀਂ ਆਉਣਾ ਚਾਹੁੰਦੇ। ਸਿੱਧਾ ਹੀ ਆਇਆ ਜੇ ਲੈਣ। ਆਂਦੇ ਸਤ ਬਚਨ ਕਬੀਰ ਸਾਹਿਬ ਕਹਿੰਦੇ ਅਖੀਰੀ ਵਕਤ ਵੀ ਅਸੀਂ ਇਹਨਾਂ ਦੀ ਚਿੱਠੀ ਸੁਣ ਕੇ ਫਿਰ ਇਹ ਸਾਨੂੰ ਕਹਿਣਗੇ, ਫਿਰ ਗੰਢ ਕੋਲ ਅਸੀਂ ਨਹੀਂ, ਅਸੀਂ ਤਾਂ ਸਿੱਧਾ ਆਉਣਾ ਚਾਹੁੰਦੇ। ਉਹ ਆਂਦੇ ਠੀਕ ਹੈ ਜੀ। ਅਤੇ ਨੇਤਰਾਂ ਹੀ ਨੇਤਰ ਮਿਲੇ ਹੁੰਦੇ ਆ। ਜਦੋਂ ਸਮਾਂ ਆਉਂਦਾ ਉਦੋਂ ਧਿਆਨ ਸੱਚ ਦਾ ਧਰ ਲੈਂਦੇ ਆ, ਅਤੇ ਸੱਚ ਹੀ ਉਹਨਾਂ ਨੂੰ ਲੈਣ ਆਉਂਦਾ। ਅਤੇ ਇਹ ਆਪੇ ਖੋਲ੍ਹੀ ਜਾਂਦੇ ਆ ਜੋ ਖੋਲ੍ਹਣਾ ਇਹਨਾਂ, ਜੋ ਕਰਨਾ। ਜਿਹੜੇ ਸੂਖਮ ਨੂੰ ਪਕੜਨਾ ਸੀ ਉਹ ਸੱਚ 'ਚ ਆ, ਇਹ ਹੱਥ ਮਲਦੇ ਰਹਿ ਜਾਂਦੇ ਆ। ਠੀਕ ਹੈ ਕਿ ਨਹੀਂ? ਕਿਉਂਕਿ ਜਿਹਨੂੰ ਫੜਨਾ ਸੀ ਉਹ ਤਾਂ ਗਿਆ, ਕਿਉਂਕਿ ਉਹਦਾ ਸੱਚ ਨਾਲ ਪ੍ਰੇਮ ਹੀ ਨਾ ਸੀ। ਅਤੇ ਮਹਾਰਾਜ ਕਹਿੰਦੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਜੈ ਜੈਕਾਰ ਹੋਈ ਸੁਰਲੋਕ ਦੇ ਵਿੱਚ ਜਦੋਂ ਗੁਰਮੁਖ ਨਵਾਜ ਕੇ ਆਪਦੇ ਘਰ ਗਏ। ਇਸੇ ਤਰੀਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤਦ ਹੋਊਗਾ ਜਦੋਂ ਤੁਸੀਂ ਸੱਚ ਨਾਲ ਪਿਆਰ ਪਾਓਗੇ। ਨਹੀਂ ਜੇ ਸਾਨੂੰ ਸੱਚ ਲੈਣ ਆਇਆ ਹੋਵੇ, ਸਾਡਾ ਧਿਆਨ ਜਿਹੜੀ ਕਲਯੁਗ ਦੀਆਂ ਲਹਿਰਾਂ ਦੇ ਵਿੱਚ ਰਿਹਾ ਉੱਥੇ ਹੋਵੇ, ਅਤੇ ਸਾਨੂੰ ਪਛਾਣ ਵੀ ਨਾ ਹੋਵੇ, ਅਤੇ ਫਿਰ ਤਾਂ ਜਿਵੇਂ ਸਾਨੂੰ ਰੋਜ਼ ਰਾਤ ਨੂੰ ਸਰੀਰ ਤੋਂ ਵੱਖ ਕਾਲ ਕਰਦਾ ਹੈ, ਅਤੇ ਅਖੀਰੀ ਵਕਤ ਵੀ ਤਾਂ ਕਾਲ ਹੀ ਕਰੇਗਾ। ਜਨਮ ਮਰਨ ਦੀ ਰੋਜ਼ ਦੀ ਖੇਡ ਹੈ। ਜਨਮ ਮਰਨ ਦੀ ਰੋਜ਼ ਦੀ ਖੇਡ ਹੈ। ਜਦੋਂ ਸਵੇਰੇ ਉੱਠਦੇ ਹੋ ਉਦੋਂ ਜਨਮਦੇ ਹੋ ਕਿ ਮਰਦੇ ਹੋ? ਹਾਂ, ਜਨਮ ਕਦੋਂ ਹੁੰਦਾ ਹੈ? ਜਦੋਂ ਰਾਤ ਨੂੰ ਜਾਂਦੇ ਅਸੀਂ। ਸੁਬਾਹ ਮਰਨ ਹੁੰਦਾ ਹੈ। ਹੁਣ ਜਦੋਂ ਰਾਤ ਨੂੰ ਜਨਮ ਹੁੰਦਾ ਹੈ ਜਾਂ ਰਾਤ ਨੂੰ ਜਦੋਂ ਤੁਸੀਂ ਸਰੀਰ ਛੱਡਦੇ ਹੋ, ਐਂ ਹੀ ਤੁਸੀਂ ਅਖੀਰੀ ਵਕਤ ਛੱਡਣਾ ਹੈ। ਰਾਤ ਨੂੰ ਸਰੀਰ ਕਿਹਦੇ ਰਾਹੀਂ ਛੱਡਦੇ ਹੋ? ਜੇ ਅਸੀਂ ਕਹਿ ਦਿੰਦੇ ਹਾਂ ਛਡਾ ਲਓ ਜੀ ਆਪੇ, ਸਾਨੂੰ ਤਾਂ ਪਤਾ ਨਹੀਂ। ਕਾਲ ਰਾਹੀਂ ਛੱਡਦੇ। ਕਾਲ ਰਾਹੀਂ ਸਰੀਰ ਛੱਡੋਗੇ ਉਹ ਤਰੀਕਾ ਅਲੱਗ ਹੈ ਕਿ ਆਪ ਸ਼ਬਦ ਤੇ ਚਰਨਾਂ ਦੇ ਵਿੱਚ ਬੈਠ ਕੇ ਗੁਰਮੰਤਰ ਦਾ ਬੇੜੀ ਤੁਲਹਾ ਬਣਾ ਕੇ, ਸ਼ਬਦ ਦਾ ਬੇੜੀ ਤੁਲਹਾ ਬਣਾ ਕੇ, ਸੱਚ ਦਾ ਜਹਾਜ਼ ਬਣਾ ਕੇ ਫਿਰ ਛੱਡਦੇ। ਅਤੇ ਇਸੇ ਤਰੀਕੇ ਜਿਵੇਂ ਰਾਤ ਨੂੰ ਤੁਸੀਂ ਸਰੀਰ ਛੱਡਦੇ ਹੋ ਨਾ, ਇਵੇਂ ਇੱਕ ਦਿਨ ਪੱਕੇ ਤੌਰ 'ਤੇ ਨੀਂਦ ਆਉਣੀ ਆ, ਹੋਰ ਕੁਛ ਨਹੀਂ ਹੋਣਾ। ਐਂ ਥੋੜ੍ਹੀ ਨਾ ਵੀ ਸੂਖਮ ਇੱਥੋਂ ਨਿਕਲੂਗਾ, ਉਹ ਗੇਟ 'ਚੋਂ ਜਾਊਗਾ ਅਤੇ ਉਹ ਪਰਾਂ ਚੌਂਕ ਤੋਂ ਜਾ ਕੇ ਚੜ੍ਹੇਗਾ। ਬਸ ਜਿਵੇਂ ਰਾਤ ਨੂੰ ਅੱਖਾਂ ਬੰਦ ਹੁੰਦੀਆਂ, ਘਰਾੜਾ ਵੱਜਦਾ ਅਤੇ ਤਾਂ ਨਿਕਲ ਜਾਂਦਾ, ਐਂ ਹੀ ਅਖੀਰੀ ਟਾਈਮ 'ਤੇ ਤਾਂ ਨਿਕਲਣਾ। ਅੱਖਾਂ ਬੰਦ ਘਰਾੜਾ ਵੱਜਣਾ। ਜਿਵੇਂ ਹੁਣ ਤੁਹਾਨੂੰ ਸਰੀਰ ਛੱਡਦੇ ਆ ਨਾ ਤੁਸੀਂ ਰਾਤ ਨੂੰ, ਐਂ ਹੀ ਅਖੀਰੀ ਛੱਡਣਾ। ਹੋਰ ਕੁਛ ਨਹੀਂ ਹੋਣਾ ਵੀ ਮੌਤ ਆਊਗੀ, ਕੀ ਹੋਊਗਾ ਕੀ ਨਾ ਹੋਊਗਾ। ਇੱਥੋਂ ਤਾਂ ਐਂ ਹੀ ਛੱਡਣਾ। ਗਾਂ ਫਿਰ ਸੂਖਮ ਜੇ ਆਪ ਦੇ ਮੁਤਾਬਕ ਤੁਸੀਂ ਹੁਣ ਨਹੀਂ ਛੱਡਣਾ ਆਇਆ, ਜਾਂ ਮੰਨ ਲਓ ਹੁਣ ਸੱਚ ਸ਼ਬਦ ਦੇ ਧਿਆਨ 'ਚ ਨਹੀਂ ਧਰਿਆ, ਅਖੀਰੀ ਕਿਵੇਂ ਛੱਡੋਗੇ? ਉਹ ਛਡਾਉਣਗੇ। ਅਤੇ ਤਸ਼ੱਦਦ ਹੁੰਦੀ ਹੈ ਫਿਰ ਜਿਹੜਾ ਤੁਹਾਡਾ ਸੂਖਮ ਸੀ, ਜਿਹਨੇ ਪਾਉਣ ਦੇ ਕੱਪੜੇ ਤੋਂ ਅੱਡ ਹੋਣਾ ਨਹੀਂ ਸਿੱਖਿਆ, ਸੂਖਮ ਆਕਾਰ ਨੂੰ ਅਲੱਗ ਕਰਨਾ ਨਹੀਂ ਸਿੱਖਿਆ, ਉਹਨੂੰ ਕਹਿੰਦੇ ਲੈ ਜਾ ਹੁਣ ਤੈਨੂੰ ਅੱਡ ਕਰਨੇ ਆ। ਉੱਥੇ ਕਹਿੰਦੇ ਆ ਜਿੰਦ ਨਵਾਣੀ ਕੱਢ ਗਏ ਹੱਡਾਂ ਕੂ ਕੜਕਾਏ। ਉਹ ਤਸ਼ੱਦਦ ਉੱਥੇ ਸੂਖਮ 'ਚ ਹੁੰਦੀ ਆ, ਇੱਥੋਂ ਤਾਂ ਨਿਕਲ ਗਿਆ। ਆਹ ਤਾਂ ਪਲੈਟਫਾਰਮ ਆ, ਸਿਰਫ ਝਟਕਾ ਵੱਜਾ, ਘਰਾੜਾ ਵੱਜਾ, ਨਿਕਲ ਗਿਆ। ਹੁਣ ਜਿਹੜੇ ਸੂਖਮ ਆਕਾਰ ਤਾਂ ਉਤਾਰੇ ਨਹੀਂ,
ਉਹ ਫਿਰ ਪੌਣ ਪਾਣੀ ਬਸੰਤਰ ਧਰਤੀ ਕਾਸ਼ ਦੇ ਤੱਤ, ਪਹਿਲਾਂ ਅਗਲ ਆਈ, ਫਿਰ ਪਾਣੀ ਆਇਆ, ਫਿਰ ਮਿੱਟੀ ਆਈ, ਫਿਰ ਹਵਾ ਤੇ ਆਕਾਸ਼ ਦੇ ਵਿੱਚ ਖੇਲ ਚੱਲਣ ਲੱਗਾ। ਉਸੇ ਫਿਰ ਪਵਨ ਦਾ ਇੱਕ ਬਹੁਤ ਵੱਡਾ ਤੱਤੇ ਜਲ ਦਾ ਸਰੋਵਰ ਬਣਿਆ। ਉਸ ਤੱਤੇ ਜਲ ਦੇ ਸਰੋਵਰ 'ਚੋਂ ਟਪਾਉਂਦੇ ਆ। ਅਤੇ ਤਸ਼ੱਦਦ ਕਹਿੰਦੇ ਤੇ ਹੁੰਦੀ ਆ ਜਿਹੜਾ ਮਨ ਜੋਤ ਦੇ ਸਰੂਪ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਉੱਪਰ ਸੂਖਮ ਆਕਾਰ ਹੈ, ਸੂਖਮ ਗਿਆਨ ਇੰਦਰੀਆਂ, ਸੂਖਮ ਉਹ ਨੇ, ਇਨਵਿਜ਼ੀਬਲ ਵਰਲਡ ਜਿਹਨੂੰ ਕਹਿੰਦੇ ਆ, ਜੋ ਹੁਣ ਤਾਂ ਨਹੀਂ ਦੇਖ ਰਿਹਾ, ਤਾਂ ਹੀ ਮਨਮੁਖ ਤਾੜੀਆਂ ਮਾਰਦੇ ਆ, ਕੁਛ ਨਹੀਂ ਹੁੰਦਾ, ਰੱਬ ਨਹੀਂ ਹੁੰਦਾ, ਧਰਮਰਾਜ ਡਰਾਉਣ ਲਈ ਲਿਖਿਆ, ਚਿੱਤਰਗੁਪਤ ਡਰਾਉਣ ਲਈ, ਕਿਉਂਕਿ ਇਹਨਾਂ ਗਿਆਨ ਇੰਦਰੀਆਂ ਦੇ ਵਿੱਚ ਤਾਂ ਇੱਥੋਂ ਤੱਕ ਹੀ ਆ, ਇਹਨਾਂ ਦੀ ਲਿਮਟ ਮੁੱਲੇ ਦੀ ਦੌੜ ਮਸੀਤ ਤੱਕ। ਇਹ ਗਿਆਨ ਇੰਦਰੀਆਂ ਤਾਂ ਇੱਥੋਂ ਤੱਕ ਦੇਖ ਰੱਖ ਸਕਦੀਆਂ, ਉਹ ਇਸ ਲਈ ਉਸ ਚੀਜ਼ ਦਾ ਮਜ਼ਾਕ ਉਡਾਉਂਦੇ ਆ। ਪਰ ਉਹ ਜਿਹੜਾ ਆਪਦੇ ਸੂਖਮ ਦੀ ਪਛਾਣ ਨਹੀਂ ਕੀਤੀ, ਉੱਥੇ ਫਿਰ ਉਹ ਸੂਖਮ ਉੱਪਰ ਤਸ਼ੱਦਦ ਹੁੰਦੀ ਆ, ਜਿਹਨੂੰ ਕਹਿੰਦੇ ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ। ਉੱਥੇ ਦੁੱਖ ਪਾਉਂਦਾ ਤੇ ਜਮਾਂ ਦਾ ਡੰਡਾ ਸਹੀਦਾ। ਠੀਕ ਹੈ, ਉਹ ਸੂਖਮ ਮਨ ਜਿਹੜਾ ਆਪਦਾ ਸੂਖਮ, ਜੇ ਉਹ ਸੂਖਮ ਕੱਪੜਾ ਹੀ ਅਲੱਗ ਕਰ ਲੈਂਦਾ ਤੇ ਸ਼ਿੱਦਤ ਕਿਹਦੇ ਤੇ ਹੋਣੀ ਸੀ? ਜੋਤ ਤੇ ਤਾਂ ਹੋ ਹੀ ਨਹੀਂ ਸਕਦੀ। ਹਾਂ, ਜੋਤ ਤੇ ਸੱਚ ਤੇ ਕਿਵੇਂ ਤਸ਼ੱਦਦ ਹੋਊਗੀ? ਨਾਮ ਤੇ ਸੱਚ ਤੇ ਕਿਵੇਂ ਹੋਊਗੀ? ਉਹ ਆਪਦੀ ਸੁਰਤੀ ਨੂੰ ਵਲੇਟਦਾ ਤੇ ਨਾਮ ਤੇ ਸੱਚ ਵਿੱਚ ਲਾਉਂਦਾ, ਪਾਉਣ ਵੀ ਅੱਡ ਰਹਿ ਗਈ ਤੇ ਸੂਖਮ ਸਰੀਰ ਵੀ ਅੱਡ ਹੋ ਗਿਆ ਤੇ ਸੱਚ 'ਚ ਜਾ ਸਮਾਇਆ। ਹੁਣ ਇੱਥੋਂ ਤੱਕ ਘਰਾੜਾ ਵੱਜਿਆ, ਅੱਖਾਂ ਬੰਦ ਹੋਈਆਂ, ਪਰ ਅੱਗੇ ਵੀ ਅਸੀਂ ਐਂ ਨਿਕਲਦੇ ਸੀ ਬੋਡੀ 'ਚੋਂ, ਪਰ ਸਾਡਾ ਸਵਾਸਾਂ ਦਾ ਖਜ਼ਾਨਾ ਹੁੰਦਾ ਸੀ, ਸਵੇਰ ਨੂੰ ਫੇਰ ਆ ਜਾਂਦੇ ਸੀ। ਪਰ ਅੱਜ ਜਿਹੜਾ ਘਰਾੜਾ ਵੱਜਿਆ ਇਹਦਾ, ਸਵਾਸਾਂ ਦਾ ਖਜ਼ਾਨਾ ਖਤਮ, ਸਰੀਰ 'ਚੋਂ ਕੱਢਿਆ। ਹਾਂਜੀ, ਜੇ ਤਾਂ ਧਿਆਨ ਹੈ ਸੀ, ਠੀਕ ਹੈ, ਕਹਿੰਦਾ ਉੱਧਰ ਜਾਣ ਦਿਓ, ਕਹਿੰਦਾ ਬੜੇ ਦਿਨ ਹੋ ਗਏ ਜਾਂਦੇ ਨੂੰ, ਕਿਸੇ ਦਿਨ ਤਾਂ ਠਹਿਰਨਾ ਹੀ ਆ, ਤਾਂ ਪਾਉਣ ਦਾ ਖਜ਼ਾਨਾ ਖਤਮ ਹੈ ਜੀ, ਉੱਥੇ ਜਾ ਨਹੀਂ ਸਕਦੇ ਤੁਸੀਂ। ਹਾਂ, ਉਹ ਤਾਂ ਉਹ ਪਿਆ ਜੀ, ਕਿੰਨਾ ਕੁ ਦਿਆਂਗੇ ਤੈਨੂੰ? 1 ਦਿਨ, 2 ਦਿਨ, 4 ਦਿਨ, 80 ਸਾਲ ਦੀ ਉਮਰ ਭੋਗ ਕੇ ਆਇਆ ਤੇ 80 ਦੇ ਬਣਾ ਦੇਣ ਕਿੰਨੇ ਬਣਦੇ ਆ? ਕਿੰਨੀਆਂ ਰਾਤਾਂ ਦਿੱਤੀਆਂ, ਕਿੰਨੇ ਦਿਨ ਦਿੱਤੇ, ਕਿੰਨੀ ਵਾਰ ਤੈਨੂੰ ਸਮਝਾਇਆ। ਉਦੋਂ ਚਾਹ ਬੜੇ ਸੀ ਤੈਨੂੰ, ਬੜੇ ਚਾਹ ਸੀ, ਉਦੋਂ ਨਹੀਂ ਸਿੱਖਿਆ ਤੇ ਹੁਣ ਤੂੰ ਕੀ ਸਿੱਖੇਗਾ? ਹੁਣ ਅਸੀਂ ਤਾਰਦੇ ਹਾਂ, ਕੋਈ ਨਹੀਂ, ਤੇਰਾ ਕੰਮ ਅਸੀਂ ਕਰਾਂਗੇ। ਫਿਰ ਉਹਨੂੰ ਤਸ਼ੱਦਦ ਹੋਈ, ਫਿਰ ਉਹਨੂੰ ਸਮਾਂ ਮਿਲਿਆ, ਫਿਰ ਉਹੀ ਖੇਡ, ਫਿਰ ਦਿਨ ਰਾਤ, ਦਿਨ ਰਾਤ, ਦਿਨ ਰਾਤ। ਹੁਣ ਸਾਨੂੰ ਕਹਿੰਦੇ ਆ ਸਰੀਰ ਛੱਡਣਾ ਸਿੱਖ ਲਓ। ਜੇ ਰਾਤ ਨੂੰ ਨਹੀਂ ਛੱਡਣਾ ਸਿੱਖੇ ਤੇ ਜਿੱਦਣ ਉਹ ਰਾਤ ਆਉਣੀ ਉਦੋਂ ਕਿਵੇਂ ਛੱਡੋਗੇ? ਹੁਣ ਤਾਂ ਕਾਲ ਕੱਢ ਦਿੰਦਾ, ਜੇ ਕਾਲ ਨਾ ਕੱਢੇ ਫੇਰ। ਕਈ ਵਾਰੀ ਕਹਿੰਦੇ ਹੋ ਨਾ, ਰਾਤ ਨੂੰ ਸਾਰੀ ਰਾਤ ਨੀਂਦਰ ਹੀ ਨਹੀਂ ਆਈ, ਉਹ ਝਟਕਾ ਦਿਖਾਉਂਦਾ ਹੈ ਨਾ ਤੁਹਾਨੂੰ ਵੀ ਨਹੀਂ ਕੱਢਦਾ ਮੈਂ ਸਰੀਰ 'ਚੋਂ, ਜਾ ਨਿਕਲ ਜਾ। ਹਾਂਜੀ, ਦੇਖੋ ਆਪਾਂ ਕਹਿੰਦੇ ਆ ਵੀ ਸਾਰੀ ਰਾਤ ਸਾਨੂੰ ਨੀਂਦਰ ਹੀ ਨਹੀਂ ਆਈ। ਕਿਉਂ ਨਹੀਂ ਆਈ? ਨੀਂਦਰ ਨਾ ਆਉਣ ਦਾ ਮਤਲਬ ਕੀ ਹੁੰਦਾ? ਵੀ ਮਨ ਸਰੀਰ ਤੋਂ ਅੱਡ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਈ ਵਾਰੀ ਕਾਰਨ ਮੇਜਰ ਹੁੰਦਾ, ਕੋਈ ਦਰਦ ਹੁੰਦੀ ਹੈ, ਕੋਈ ਸਰੀਰ ਦੀ ਹੈ, ਉਦਣ ਓਨਾ ਸਰੀਰ ਤੋਂ ਅੱਡ ਨਹੀਂ ਹੋਏਗਾ ਜਿੰਨਾ ਪਹਿਲੇ ਦਿਨਾਂ 'ਚ ਹੁੰਦਾ, ਕਿਉਂਕਿ ਸਰੀਰ ਦੀ ਵੀ ਰੱਖਿਆ ਕਰਨੀ ਹੈ। ਫਿਰ ਦਵਾਈ ਗੋਲੀ ਦਿਓ, ਫਿਰ ਆ ਗਈ। ਪਰ ਕਈ ਵਾਰੀ ਫੁਰਨੇ ਹੀ ਇੰਨੇ ਵੱਜ ਜਾਂਦੇ ਆ, ਕਾਲ ਕਹਿੰਦਾ ਵੀ ਨਹੀਂ ਕਰਦਾ ਤੈਨੂੰ ਅੱਡ, ਹੋ ਜਾ, ਤੇਰੇ 'ਚ ਦਮ ਆ, ਤੂੰ ਹੋ ਜਾ। ਤੇ ਸਾਡੇ 'ਚ ਦਮ ਹੋਊਗਾ, ਫੁਰਨੇ ਆਪ ਦਾ ਚਲਾਈ ਜਾਵੇ, ਭਾਵੇਂ 100 ਦੀ ਛੱਡ 150 ਦੀ ਗਤੀ 'ਤੇ ਚਲਾਵੇ, ਅਸੀਂ ਆਪਦੀ ਸੁਰਤੀ ਉੱਥੋਂ ਵਲੇਟਾਂਗੇ, ਸੱਚ 'ਚ ਜਾ ਬੈਠਾਂਗੇ। ਇੱਕ ਫੁਰਨਿਆਂ ਕਰਕੇ ਨਹੀਂ ਅਸੀਂ ਰੁਕਦੇ। ਹਾਂ, ਕੋਈ ਸਰੀਰ ਦੇ ਵਿੱਚ ਵੈਸੇ ਕੋਈ ਪ੍ਰੋਬਲਮ ਆ ਗਈ ਆ ਤੇ ਉਹ ਅਲੱਗ ਗੱਲ ਆ। ਹੁਣ ਅਗਲਾ ਤਾਂ ਜੇ ਸਰੀਰ ਤੋਂ ਅੱਡ ਕਰਦਾ, ਉਹਦੀ ਮਰਜ਼ੀ ਹੈ, ਕਰੇ ਨਾ ਕਰੇ। ਫਿਰ ਆਪਾਂ ਤੜਫੀ ਜਾਂਦੇ ਹਾਂ ਸਾਰਾ ਰਾਤ, 3 ਵੱਜ ਗਏ, 4 ਵੱਜ ਗਏ, ਅਗਲੇ ਦਿਨ ਗੋਲੀ ਲਈ ਤਾਂ ਵੀ ਨਹੀਂ ਆਈ, 2 ਦਿਨ, 4 ਦਿਨ ਭਾਈ ਆਈ। ਕਿਉਂਕਿ ਮਹਾਰਾਜ ਤੁਹਾਨੂੰ ਉਹ ਕਰਕੇ ਦਿਖਾਉਂਦੇ ਆ, ਕਾਲ ਨੂੰ ਰੋਕਦੇ ਆ ਬਈ ਜੇ ਅਖੀਰੀ ਵਕਤ ਐਵੇਂ ਤੁਹਾਨੂੰ ਨਾ ਕਰੇਗਾ ਅੱਡ, ਫਿਰ ਕੀ ਕਰੋਗੇ? ਫੁਰਨੇ ਚਲਾ ਦੇਗਾ, ਤੁਹਾਡਾ ਧਿਆਨ ਫੁਰਨਿਆਂ 'ਚ ਹੋ ਜਾਏਗਾ, ਆ ਬੰਦ ਹੋ ਜਾਏਗਾ। ਇਸ ਗੱਲ ਦਾ ਭੇਤ ਸਿਰਫ ਭਾਈ ਸੇਵਾ ਸਿੰਘ ਤਰਮਾਲਾ ਨੇ ਆ ਕੇ ਦਿੱਤਾ ਵੀ ਕਿਵੇਂ ਸਰੀਰ ਤੋਂ ਅੱਡ ਹੋਣਾ ਤੇ ਕਿਵੇਂ ਤੁਹਾਨੂੰ ਕੀਤਾ ਜਾਂਦਾ, ਤੇ ਰੋਜ਼ ਰਾਤ ਨੂੰ ਤੁਹਾਨੂੰ ਅਲਪ ਮੌਤ ਦਿੱਤੀ ਜਾਂਦੀ ਹੈ, ਤੇ ਇਸੇ ਤਰੀਕੇ ਪੱਕੀ ਮੌਤ ਦੇਣੀ ਆ ਤੁਹਾਨੂੰ ਇੱਕ ਦਿਨ। ਬਸ ਆਹ ਇੰਨਾ ਗੈਪ ਸਿੱਖ ਲਓ, ਰਾਤ ਨੂੰ ਕਿਵੇਂ ਅੱਡ ਹੋਣਾ, ਬਸ ਤੁਸੀਂ ਸੱਚ 'ਚ ਜਾਓਗੇ। ਦਿਨੇ ਚਾਹੇ ਜੋ ਮਰਜ਼ੀ ਕੀਤਾ ਕਾਲ ਦੇ ਦੇਸ਼ 'ਚ,
ਰਾਤ ਨੂੰ ਨਾਮ ਸੱਚ ਦਾ ਧਿਆਨ ਲਿਆ ਤੇ ਸਾਰੇ ਪਾਪ ਖਤਮ ਸੱਚ। ਤੇ ਦਿਨੇ ਭਾਵੇਂ ਸਾਰਾ ਦਿਨ 82 ਘੰਟੇ ਵਾਹਿਗੁਰੂ ਕੀਤਾ ਹੋਵੇ ਤੇ ਰਾਤ ਨੂੰ ਪਾਉਣ ਤੋਂ ਅੱਡ ਨਹੀਂ ਹੋਣਾ ਉਹਦਾ। ਉਹਨਾਂ ਨੇ ਜਿੰਨਾ ਕੀਤਾ ਤੇ ਰਾਤ ਨੂੰ ਭੌਜਲ 'ਚ ਡੇਕ ਕੇ ਤੇ ਕੁੱਟਿਆ। ਦਿਨੇ ਭਾਵੇਂ ਸਾਰੀ ਦਿਨ ਨਹਾਈ ਗਿਆ ਹੋਵੇ, ਸੁੱਚੇ ਮੂੰਹ ਰਿਹਾ ਹੋਵੇ, ਕੋਈ ਖਾਧਾ ਨਾ ਹੋਵੇ, ਚਿੱਟੇ ਕੱਪੜੇ ਪਾਏ ਰੱਖੇ ਹੋਣ, ਦਮਾਲਾ ਬੰਨਿਆ, ਬੋਦੀ ਰੱਖੀ, ਚੰਗਾ ਜੀ ਐ ਬਿਲਕੁਲ, ਇਹ ਤਾਂ ਮੱਥੇ ਨਹੀਂ ਲੱਗਦੇ ਜੀ ਸੰਤ ਕਿਸੇ ਦੇ। ਤੇ ਰਾਤ ਨੂੰ ਜਦੋਂ ਸਰੀਰ ਤੋਂ ਅੱਡ ਹੋਣ ਦੀ ਵਾਰੀ ਆਈ ਤੇ ਉਹ ਮੰਤ ਨੂੰ ਕੁੱਟਿਆ। ਹਾਂਜੀ, ਤੇ ਉਹ ਆਂਦਾ ਵੀ ਨਾ ਸਾਰੇ ਦਿਨ ਦਾ ਤੇਰਾ ਜਪ ਤਪ, ਤੇਰੇ ਕੱਪੜੇ, ਤੇਰੇ ਕੇਸੀ ਇਸ਼ਨਾਨ ਤੇਰਾ ਕਿਸ ਕੰਮ ਆਇਆ? ਜਿਹੜਾ ਕੰਮ ਨੂੰ ਕਰਨਾ ਸੀ ਉਹ ਤਾਂ ਹੋਇਆ ਹੀ ਨਹੀਂ, ਤੂੰ ਤਾਂ ਨਹਾਈ ਗਿਆ। ਉਹ ਜਦੋਂ ਰਾਤ ਨੂੰ ਉਹਦੇ ਪਾਉਣ ਤੋਂ ਸਰੀਰ ਵੱਖ ਨਹੀਂ ਹੁੰਦਾ, ਉਹ ਰਾਤ ਨੂੰ ਉੱਠ ਕੇ ਫਿਰ ਨਹਾਈ ਜਾਂਦਾ। ਕਹਿੰਦਾ ਹੋਰ ਤਾਂ ਕੋਈ ਕੰਮ ਨਹੀਂ, ਨਹਾ ਲਈਏ। ਜਦੋਂ ਸੂਖਮ ਰਾਤ ਨੂੰ ਅੱਡ ਨਹੀਂ ਹੁੰਦਾ, ਕਹਿੰਦਾ ਮੈਂ 2 ਘੰਟੇ ਤਾਂ ਪਾਸੇ ਪੂਸੇ ਮਾਰੇ, ਮੈਂ ਤਾਂ ਫਿਰ ਨਹਾਉਣ ਲੱਗ ਗਿਆ। ਮੈਂ ਕੇਸੀ ਇਸ਼ਨਾਨ ਕਰ ਲਿਆ ਵੀ ਹੋਰ ਕੀ ਕਰੀਏ, ਨੀਂਦ ਤਾਂ ਆਉਂਦੀ ਨਹੀਂ। ਨੀਂਦ ਦਾ ਇਹ ਨਹੀਂ ਪਤਾ ਨੀਂਦ ਨਹੀਂ ਹੁੰਦੀ, ਇਹ ਸੂਖਮ ਨੂੰ ਅੱਡ ਕਰਨਾ। ਤੂੰ ਫਿਰ ਐਸੀ ਭਗਤੀ ਦੇ ਨਾਲ ਸਾਨੂੰ ਨਹੀਂ ਜੋੜਿਆ।